Hello everyone, welcome to Victor's Knowledge. This is Chinu Sharma. So today we are going to take up part second from our important series of Punjab Sub Inspector exam, in which I am going to take up all 20 shifts question paper with detailed discussion on all subject. So ਆਪਾਂ ਨੇ ਪਹਿਲੇ ਪਾਰਟ ਦੇ ਵਿੱਚ 1 ਤੋਂ ਲੈ ਕੇ 50 ਤੱਕ ਜਿਹੜਾ 17 ਅਗਸਤ ਨੂੰ ਪਹਿਲੀ ਸ਼ਿਫਟ ਦਾ ਪੇਪਰ ਹੋਇਆ ਸੀ ਉਹਦੇ ਪਹਿਲੇ 50 ਕੁਐਸਚਨ ਦੇਖੇ। ਅੱਜ ਆਪਾਂ ਦੇਖਾਂਗੇ 51 ਤੋਂ ਲੈ ਕੇ 100 ਤੱਕ of 17th August 2021 first shift sub inspector paper. So starting with 51 question जिन्ने भी math quant ਦੇ question ਨੇ I'll try कि मैं ਸਾਰਿਆਂ ਦੇ ਤੁਹਾਨੂੰ detail ਦੇ ਵਿੱਚ proper explanation provide ਕਰਵਾਵਾਂ। ਜੇ ਕਿਸੇ ਦੀ by chance ਕੋਈ explanation ਨਹੀਂ ਵੀ ਹੋਗੀ then I will try to even provide you the formula so that you can solve by applying that formula on your own. So now let's get started. A metal cylindrical pipe सिलेंडर किस शेप ਦਾ ਹੁੰਦਾ ਸਾਈਡਸ ਤੇ ਦੋ ਰਾਉਂਡ ਹੁੰਦੇ ਨੇ ਸੋ ਇਸ ਤਰੀਕੇ ਦੀ ਸ਼ੇਪ ਹੁੰਦੀ ਹੈ ਇੱਕ ਸਿਲੰਡਰ ਦੀ ਇੱਕ ਪਾਈਪ ਹੈ ਮੈਟਲ ਦੀ ਤਿਆਰ ਹੋਈ ਹੋਈ ਹੈ ਆਲੇ ਦੁਆਲੇ ਦੋ ਸਰਕਲ ਨੇ ਇੱਕ ਕਾਰਨਰਸ ਤੇ ਜਿੱਥੋਂ ਇੱਕ ਪਾਈਪ ਦਾ ਮੂੰਹ ਹੁੰਦਾ ਹਾਈਟ ਦੱਸੀ ਹੋਈ ਹੈ ਪੂਰੀ 35 ਸੈਂਟੀਮੀਟਰ ਇਨਰ ਡਾਇਆਮੀਟਰ ਹੁੰਦਾ ਇੱਕ ਸਰਕਲ ਦਾ ਪੂਰਾ ਇਹ ਜਿਹੜਾ ਸੈਂਟਰ ਵਾਲਾ ਪੋਰਸ਼ਨ ਹੁੰਦਾ ਉਹਦੀ ਪੂਰੀ ਕਿੰਨੀ ਲੈਂਥ ਹੈ ਉਹਨੂੰ ਆਪਾਂ ਡਾਇਆਮੀਟਰ ਕਹਿੰਦੇ ਆ ਤੇ ਇਸ ਡਾਇਆਮੀਟਰ ਦਾ ਅੱਧ ਹੁੰਦਾ ਰੇਡੀਅਸ ਹਾਫ ਹੁੰਦਾ ਹੈ ਰੇਡੀਅਸ ਇਨਰ ਡਾਇਆਮੀਟਰ ਹੈ 14 ਸੈਂਟੀਮੀਟਰ ਤੇ ਥਿਕਨੈਸ ਦੱਸੀ ਹੋਈ ਹੈ 2 ਸੈਂਟੀਮੀਟਰ ਮਤਲਬ ਜਿਹੜੀ ਇਹ ਪਾਈਪ ਹੈ ਜੇ ਆਪਾਂ ਇਹਦੀ ਮੋਟਾਈ ਦੀ ਗੱਲ ਕਰੀਏ ਤਾਂ ਇਹ ਹੈ 2 ਸੈਂਟੀਮੀਟਰ ਤਾਂ ਮਤਲਬ 2 ਸੈਂਟੀਮੀਟਰ ਤੋਂ ਅੰਦਰ ਡਾਇਆਮੀਟਰ ਕਿੰਨਾ ਹੈ 14 ਤੇ ਇਹਦਾ ਰੇਡੀਅਸ ਕਿੰਨਾ ਹੋ ਜਾਊਗਾ डायमीटर की हुंदा डबल रेडियस था सो रेडियस हो गया हाफ 7 सेंटीमीटर सो 7 सेंटीमीटर आ गया उरे अपने कोल रेडियस इनर आउटर रेडियस कितना आ गया हुण जे 7 सेंटीमीटर ए है आ सारा जेड़ा आले दुआले थिकनेस है जेड़ी पाइप है ਇਹ 2 ਸੈਂਟੀਮੀਟਰ ਹੈ ਸੋ ਜੇ ਆਪਾਂ ਆਊਟਰ ਰੇਡੀਅਸ ਦੀ ਗੱਲ ਕਰਦੇ ਆ ਤਾਂ 7 ਸੈਂਟੀਮੀਟਰ ਇਨਰ ਪਲੱਸ ਥਿਕਨੈਸ ਆਊਟਰ ਰੇਡੀਅਸ ਬਣ ਜੂ ਵੈਰੀ ਸਿੰਪਲ 9 ਸੈਂਟੀਮੀਟਰ ਹੁਣ ਆਪਾਂ ਨੂੰ ਪੁੱਛਿਆ ਕੀ ਹੋਇਆ ਇਹ ਪੁੱਛਿਆ ਵੀ ਇਸ ਮੈਟਲ ਸਿਲੰਡਰੀਕਲ ਪਾਈਪ ਨੂੰ ਤਿਆਰ ਕਰਨ ਦੇ ਲਈ ਕਿੰਨੇ ਮੈਟਲ ਦੀ ਜ਼ਰੂਰਤ ਹੈ ਸੋ ਉਹਦੇ ਲਈ ਆਪਾਂ ਨੂੰ ਜ਼ਰੂਰਤ ਹੈ ਜਦੋਂ ਆਪਾਂ ਇਨਰ ਅੰਦਰਲਾ ਹਿੱਸੇ ਚੋਂ ਬਾਹਰਲਾ ਹਿੱਸਾ ਜਦੋਂ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਬਚੂਗਾ ਕਿ ਇਹਦੀ ਪੂਰੇ ਸਟਰਕਚਰ ਨੂੰ ਬਾਡੀ ਨੂੰ ਤਿਆਰ ਕਰਨ ਦੇ ਲਈ ਕਿੰਨੇ ਮੈਟਲ ਦੀ ਜ਼ਰੂਰਤ ਹੈ ਸੋ ਉਹਦੇ ਲਈ ਫਾਰਮੂਲਾ ਬਹੁਤ ਹੀ ਸਿੰਪਲ ਹੁੰਦਾ ਹੈ ਪਾਈ ਆਰ ਸਕੁਅਰ ਐਚ ਇਹ ਕਿਹਦਾ ਫਾਰਮੂਲਾ ਇੱਕ ਸਿਲੰਡਰ ਦੇ ਵੋਲਿਊਮ ਦਾ ਮਾਈਨਸ ਸੋ ਵੋਲਿਊਮ ਬਾਹਰਲੀ ਮਾਈਨਸ ਅੰਦਰਲੀ ਇਨਰ ਰੇਡੀਅਸ ਦੇ ਨਾਲ ਜਦੋਂ ਆਪਾਂ ਇਹਨਾਂ ਨੂੰ ਮਾਈਨਸ ਕਰਾਂਗੇ ਇਹ ਸਾਰੀਆਂ ਵੈਲਿਊਜ਼ ਪੁੱਟ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 3520 ਸੈਂਟੀਮੀਟਰ ਕਿਊਬ ਉਰੇ ਪਾਈ ਦੀ ਵੈਲਿਊ ਤੁਸੀਂ ਭਰਨੀ ਹੈ 22/7 r ਸਕੁਆਇਰ ਜਿਹੜਾ ਵੱਡਾ ਆਊਟਰ ਰੇਡੀਅਸ ਹੈ 9 ਛੋਟਾ r 7 ਹਾਈਟ ਦੋਨਾਂ ਦੀ ਸੇਮ ਹੈ 35 ਜਦੋਂ ਤੁਸੀਂ ਫਾਰਮੂਲਾ ਅਪਲਾਈ ਕਰਕੇ ਸੋਲਵ ਕਰੋਗੇ ਇਹ ਤੁਹਾਡੇ ਕੋਲ ਸਿੰਪਲੀ ਆਨਸਰ ਆ ਜਾਊ ਉਸ ਤੋਂ ਬਾਅਦ ਹੈ what is the value of the following expression ਸਿੰਪਲੀ ਇਹ ਬॉड ਮਾਸ ਦਾ ਕੁਐਸਚਨ ਹੈ ਬॉड ਮਾਸ ਕੀ ਹੁੰਦਾ ਜਦੋਂ ਵੀ ਤੁਸੀਂ ਕੋਈ ਸਿੰਪਲੀਫਿਕੇਸ਼ਨ ਦਾ ਕੁਐਸਚਨ ਕਰਨਾ ਤਾਂ ਤੁਸੀਂ ਇਹ ਬॉड ਮਾਸ ਰੂਲ ਆਪਣੇ ਕੋਲ ਯਾਦ ਰੱਖਣਾ ਹੈ b ਦਾ ਮਤਲਬ ਹੈ ਬ੍ਰੈਕਟ ਸਭ ਤੋਂ ਪਹਿਲਾਂ ਬ੍ਰੈਕਟ ਖੋਲੋ o ਦਾ ਮਤਲਬ ਹੁੰਦਾ ਹੈ ਆਰਡਰ ਇੱਕ ਆਰਡਰ ਦੇ ਵਿੱਚ then d ਦਾ ਮਤਲਬ ਹੁੰਦਾ ਹੈ ਡਿਵਾਈਡ m ਦਾ ਮਤਲਬ ਮਲਟੀਪਲਾਈ ਫਿਰ ਜੇ ਕੋਈ ਵਿੱਚ ਐਡ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਐਡ ਕਰੋ ਤੇ ਐਂਡ ਤੇ ਕਰੋ ਸਬਟ੍ਰੈਕਟ ਹੁਣ ਉਰੇ ਬਹੁਤ ਹੀ ਸਿੰਪਲ ਐਕਸਪ੍ਰੈਸ਼ਨ ਹੈ ਸਭ ਤੋਂ ਪਹਿਲਾਂ ਜੇ ਆਪਾਂ ਉਰੇ ਕੋਈ ਕੰਪਲਿਕੇਟਡ ਬ੍ਰੈਕਟ ਨਹੀਂ ਹੈ ਇਸ ਲਈ ਆਪਾਂ ਨੂੰ ਬ੍ਰੈਕਟ ਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਸਿੱਧਾ ਆਪਾਂ ਉਰੋਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਜਿੱਥੇ ਤੇ ਡਿਵਾਈਡ ਕਰਨਾ ਹੁਣ 30/30 ਲਿਖਿਆ ਹੋਇਆ ਹੈ ਇਹਨੂੰ ਡਿਵਾਈਡ ਕਰ ਦੋ 1 ਆ ਗਿਆ ਉਰੇ 30/30 1 ਆ ਗਿਆ ਹੁਣ ਜਿੱਥੇ ਮਲਟੀਪਲਾਈ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਮਲਟੀਪਲਾਈ ਕਰ ਦੋ 30 ਨੂੰ 1 ਨਾਲ ਮਲਟੀਪਲਾਈ ਕਰੋਗੇ 30 ਆ ਜਾਊਗਾ ਸੋ ਪਹਿਲੇ ਬ੍ਰੈਕਟ ਦੇ ਵਿੱਚੋਂ ਸਾਰਾ ਕੁਝ ਸੋਲਵ ਹੋ ਗਿਆ 30 + 30 60 ਇਧਰੋਂ ਹੁਣ ਤੁਸੀਂ ਉਰੇ ਵੀ 1 ਆ ਗਿਆ ਸੀ 30 × 1 30 + 30 ਸੋ ਦੂਜੇ ਬ੍ਰੈਕਟ ਨੂੰ ਸਿੰਪਲੀਫਾਈ ਕਰਕੇ ਵੀ ਵੈਲਿਊ ਆ ਗਈ 60 ਵਿੱਚ ਹੈ ਡਿਵਾਈਡ ਦੀ ਸਾਈਨ ਸੋ 60 divided by 60 answer is option 1 1 very simple
इन कवरिंग अ डिस्टेंस ऑफ 60 किलोमीटर अभय 2 घंटे ज़्यादा ले रहा समीर तो पर जे अभय अपनी स्पीड ਨੂੰ ਡਬਲ ਕਰ ਲੈਂਦਾ ਤਾਂ ਉਹਨੂੰ ਸਮੀਰ ਨਾਲੋਂ 1 ਘੰਟਾ ਘੱਟ ਲੱਗੂਗਾ ਉਰੇ ਹੁਣ ਟਾਈਮ ਗੈਪ ਕਿੰਨਾ ਆ ਰਿਹਾ ਟਾਈਮ ਗੈਪ ਆ ਰਿਹਾ ਦੋਨਾਂ ਦੀ ਸਪੀਡ ਦਾ 3 ਘੰਟੇ ਸੋ ਇਹ ਚੀਜ਼ ਹੈ ਜਿਹੜੀ ਉਰੋਂ ਹੀ ਤੁਹਾਡੀ ਇਕੁਏਸ਼ਨ ਤਿਆਰ ਹੈ ਟਾਈਮ ਦਾ ਫਾਰਮੂਲਾ ਕਿੰਦਾ ਡਿਸਟੈਂਸ ਅਪਨ ਸਪੀਡ ਮੰਨ ਲਓ ਅਭੈ ਦੀ ਸਪੀਡ ਹੈ x ਤਾਂ 60 ਅਪਨ x माइनस 60 अपॉन 2x अभय ने अपनी स्पीड डबल कर ली सी इज इक्वल टू 3 ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਊਗਾ 10 ਕਿਲੋਮੀਟਰ ਪਰ ਆਰ very simple next question if Rakhi and Raji Rakhi मैं r कैपिटल नाल कर रही हूं रिप्रेजेंट राजी ਨੂੰ ਛੋਟੇ r ਦੇ ਨਾਲ can do a certain job in 8 hours ਰਾਖੀ ਕੱਲੀ ਕਰਦੀ ਹੈ 10 ਘੰਟੇ ਵਿੱਚ ਤਾਂ ਉਰੇ ਦੋਨਾਂ ਦਾ ਇੱਕ ਦਿਨ ਦਾ ਕੰਮ ਕੀ ਹੋ ਗਿਆ ਜਦੋਂ ਵੀ ਆਪਾਂ ਇਸ ਟਾਈਪ ਦੇ ਕੁਐਸਚਨ ਕਰਦੇ ਆਪਾਂ ਉਹਨਾਂ ਦੀ 1 ਡੇ ਦੀ ਐਫੀਸ਼ੀਐਂਸੀ ਦੇਖ ਲੈਂਦੇ ਆ ਸੋ 1 r ਦੋਨੋਂ ਮਿਲ ਕੇ ਇੱਕ ਦਿਨ ਚ 1/8 ਕੰਮ ਕਰਨਗੀਆਂ ਰਾਖੀ ਕੱਲੀ ਕਰ ਰਹੀ ਹੈ 1/10 ਹੁਣ ਕੁਐਸਚਨ ਹੈ ਕਿ ਰਾਜੀ ਕੱਲੀ ਕਿੰਨੀ ਕਰੂਗੀ very ਸਿੰਪਲ ਜਿਹੜੀ 1/r ਰਾਖੀ ਦੀ ਵੈਲਿਊ ਹੈ ਉਹਨੂੰ ਆਪਾਂ ਇਸ ਸਟੇਟਮੈਂਟ ਦੇ ਵਿੱਚ ਜਦੋਂ ਪੁੱਟ ਕਰ ਦਾਂਗੇ ਤਾਂ ਉਰੋਂ ਇਹ r ਜੋ ਰਾਜੀ ਦੇ ਘੰਟੇ ਨੇ ਜਿੰਨੇ ਉਹ ਕੰਮ ਕਰਦੀ ਹੈ ਕੱਲੀ ਉਹਦੀ ਵੈਲਿਊ ਆ ਜਾਊਗੀ that is 40r very simple for exam next ਹੈ GCD ਤੁਸੀਂ ਦੇਖ ਕੇ ਕੰਫਿਊਜ਼ ਨਹੀਂ ਹੋ ਜਾਣਾ ਕਿ ਇਹ ਕੀ ਪੁੱਛ ਲਿਆ GCD ਦੀ ਫੁੱਲ ਫਾਰਮ ਹੁੰਦੀ ਹੈ greatest common divisor ਇਹਦੇ ਵਿੱਚ ਤੁਸੀਂ ਸਿੰਪਲੀ HCF ਕੱਢਣਾ ਹੁੰਦਾ ਹੈ ਤੇ ਇਹਨਾਂ ਤਿੰਨਾਂ ਦਾ ਹਾਈਐਸਟ ਕਾਮਨ ਫੈਕਟਰ ਰਹੂਗਾ 1 ਸੋ ਰਾਈਟ ਆਨਸਰ ਇਜ਼ ਆਪਸ਼ਨ 1 In a hostel provision is sufficient for 150 hostler for 45 days ਇਸ ਟਾਈਪ ਦੇ ਐਵਰੇਜ ਬੇਸਡ ਕੁਐਸਚਨ ਬਹੁਤ ਵਾਰੀ ਪੇਪਰ ਚ ਆਉਂਦੇ ਨੇ ਸੋ ਇਹ ਕਹਿ ਰਿਹਾ ਕਿ ਇੱਕ ਹੋਸਟਲ ਦੇ ਵਿੱਚ 150 ਹੋਸਟਲਰ ਰਹਿੰਦੇ ਨੇ 45 ਦਿਨਾਂ ਦੇ ਲਈ ਉਹਨਾਂ ਦੇ ਕੋਲ ਖਾਣਾ ਪੂਰਾ ਹੈ 10 ਦਿਨਾਂ ਬਾਅਦ 25 ਹੌਸਟਲਰ ਹੌਸਟਲ ਛੱਡ ਕੇ ਚਲੇ ਜਾਂਦੇ ਨੇ ਹੁਣ ਜਿੰਨਾ ਖਾਣਾ ਬਚਿਆ ਉਹ ਕਿੰਨੇ ਦਿਨ ਤੱਕ ਚੱਲੂਗਾ ਸਭ ਤੋਂ ਪਹਿਲੀ ਚੀਜ਼ ਤਾਂ ਤੁਸੀਂ ਇਹ ਦੇਖਣੀ ਆ ਕਿ 150 ਹੌਸਟਲਰਸ ਦੇ ਲਈ ਟੋਟਲ 45 ਦਿਨ ਦੇ ਲਈ ਪੂਰਾ ਸਫੀਸ਼ੀਐਂਟ ਖਾਣਾ ਸੀ ਹੁਣ ਜਦੋਂ 150 ਚੋਂ 25 ਚਲੇ ਗਏ ਤਾਂ ਕਿੰਨੇ ਬਚੇ ਨੇ 125 ਤੇ ਦਿਨ ਕਿੰਨੇ ਰਹਿ ਗਏ 35 ਸੋ 35 ਦਿਨਾਂ ਦੇ ਲਈ ਜੇ ਆਪਾਂ 150 ਹੌਸਟਲਰਸ ਦਾ ਖਾਣਾ ਦੇਖੀਏ ਤਾਂ ਉਹ ਸਫੀਸ਼ੀਐਂਟ ਸੀ So 150 into 35 ਹੁਣ next ਹੈ ਜੇ ਉਰੇ ਆਪਾਂ ਗੱਲ ਕਰੀਏ ਬਚੇ ਹੋਏ ਹੁਣ 125 ਨੇ ਜਿਹੜੇ ਉਹਨਾਂ ਦੇ ਲਈ ਇਹ ਜਿਹੜਾ ਪੂਰਾ ਖਾਣਾ ਹੈ ਕਿੰਨੇ ਦਿਨ ਚੱਲੂਗਾ ਸੋ ਆਪਾਂ ਡਿਵਾਈਡ ਕਰ ਦਾਂਗੇ 125 ਨੂੰ 150 ਗੁਣਾ 35 ਸੋ ਆਨਸਰ ਆ ਜਾਊਗਾ 42 ਸੋ 42 ਡੇਜ਼ ਚੱਲੂਗਾ ਵੈਰੀ ਸਿੰਪਲ ਬਸ ਤੁਹਾਨੂੰ ਉੱਥੇ ਧਿਆਨ ਦੇ ਨਾਲ ਕੁਐਸਚਨ ਨੂੰ ਨਾਲ ਪੜ੍ਹ ਕੇ ਇਹ ਦੇਖਣਾ ਕਿ ਇਕੁਏਸ਼ਨ ਕਿਵੇਂ ਤਿਆਰ ਕਰਨੀ ਹੈ अगला क्वेश्चन है सिंपल इंटरेस्ट प्लस कंपाउंड इंटरेस्ट द मिक्स्ड अगले दोनों क्वेश्चन इसी तरह के ने बहुत ही सिंपल है there is 60% increase in an amount in 5 year at simple interest सब तो पहला तो उरे ਆਪਾਂ ਰੇਟ ਕੱਢ ਲਾਂਗੇ 1 ਸਾਲ ਦਾ ਜੇ 5 ਸਾਲ ਦੇ ਵਿੱਚ 60% ਇਨਕਰੀਜ਼ ਹੋਇਆ ਤਾਂ 1 ਸਾਲ ਵਿੱਚ ਰੇਟ ਕਿੰਨਾ ਹੋਊਗਾ 12% ਉਰੇ ਆਪਾਂ ਨੇ 60 ਨੂੰ 5 ਨਾਲ ਡਿਵਾਈਡ ਕਰਤਾ ਸੋ 1 ਸਾਲ ਦਾ ਰੇਟ ਆ ਗਿਆ 12% What will be the compound interest of 14,000 after 3 year at same rate? So ਉਰੇ ਆਪਾਂ ਨੂੰ simply compound interest ਪੁੱਛਿਆ ਹੋਇਆ ਜੇ ਤੁਹਾਨੂੰ compound interest ਦਾ ਫਾਰਮੂਲਾ ਪਤਾ ਹੈ ਤਾਂ ਇਹ ਕੁਐਸਚਨ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਊਗਾ P ਕਿੰਨਾ ਆ ਜਾਊਗਾ 14000 N ਆ ਜਾਊਗਾ 3 year R ਮੇਨ ਉਰੇ ਤੁਸੀਂ R ਹੀ ਕੱਢਣਾ ਸੀ R ਆ ਗਿਆ 12% So P again 14000 जो तुसी इहनू पूरे नू सॉल्व करोगे ਤੁਹਾਡਾ ਆਨਸਰ ਕੁਝ ਅਰਾਊਂਡ 5668.992 ਆਊਗਾ ਜਿਹੜਾ ਰਾਉਂਡ ਆਫ ਕਰਕੇ ਬਣ ਜੂ ਆਪਸ਼ਨ 4 ਅਗਲਾ ਕੁਐਸਚਨ ਕੰਪਾਊਂਡ ਇੰਟਰਸਟ ਨੂੰ ਰੇ ਦੱਸਿਆ ਹੋਇਆ ਉਰੇ ਹੁਣ ਆਪਾਂ ਸੇਮ ਇਹੀ ਫਾਰਮੂਲਾ ਲਗਾ ਕੇ P ਦੀ ਵੈਲਿਊ ਕੱਢ ਲੈਣੀ ਹੈ ਉਰੇ P ਦੀ ਵੈਲਿਊ ਜਦੋਂ ਆਪਾਂ ਇਹ ਫਾਰਮੂਲਾ ਲਗਾਵਾਂਗੇ R ਆ ਜਾਊਗਾ 10% N ਆ ਜਾਊਗਾ 2 ਤਾਂ P ਦੀ ਵੈਲਿਊ ਆ ਜਾਊਗੀ 2600 ਹੁਣ ਇਸ 2600 ਦੇ ਨਾਲ ਆਪਾਂ ਨੇ ਇਸੇ ਸਮ ਦੇ ਉੱਤੇ ਸਿੰਪਲ ਇੰਟਰਸਟ ਕੱਢਣ ਲਈ ਕਿਹਾ
ਸਿੰਪਲ ਇੰਟਰਸਟ ਕੱਢਾਂਗੇ ਜਿਹਦਾ ਫਾਰਮੂਲਾ ਹੁੰਦਾ P into R into T upon 100। ਸੋ P ਕਿੰਨਾ ਆ ਗਿਆ 2600 ਗੁਣਾ R। ਉਹਨਾਂ ਨੇ ਕਿਹਾ ਰੇਟ ਜਿਹੜਾ ਅੱਧਾ ਕਰ ਦੋ, ਟਾਈਮ ਡਬਲ ਕਰ ਦੋ। ਟਾਈਮ ਪਹਿਲਾਂ ਕਿੰਨਾ ਸੀ 2 ਸਾਲ, ਸੋ ਹੁਣ ਉਰੇ ਕਿੰਨਾ ਆ ਗਿਆ 4। ਰੇਟ ਕਰ ਦੋ ਹਾਫ, 10% ਸੀ, ਹੁਣ ਆ ਗਿਆ 5/100। ਜਦੋਂ ਆਪਾਂ ਸੋਲਵ ਕਰਾਂਗੇ ਆਨਸਰ ਆਜੂ 520। A metallic cube of edge 4 cm ਜਿਹਦਾ ਭਾਰ ਹੈ 4 ਹੈਕਟੋਗ੍ਰਾਮ। What will be the length of each edge of another cube ਜਿਹੜਾ ਇਸੇ ਸੇਮ ਮੈਟਲ ਤੋਂ ਤਿਆਰ ਕਰਾਂਗੇ ਜੇ ਉਹਦਾ ਭਾਰ ਹੋਊਗਾ 32 ਹੈਕਟੋਗ੍ਰਾਮ। ਸੋ ਜਿਹੜਾ ਦੂਜਾ ਕਿਊਬ ਇਹਦੇ ਨਾਲ ਤਿਆਰ ਕੀਤਾ ਜਾ ਰਿਹਾ ਉਹਦਾ ਆਪਾਂ ਨੇ ਐਜ ਦੱਸਣਾ, ਭਾਰ ਆਪਾਂ ਨੂੰ ਦੱਸਤਾ। ਸੋ ਹੁਣ ਇਹਦੇ ਲਈ ਆਪਾਂ ਕੀ ਕਰਾਂਗੇ, weight ਦੀ ਰੇਸ਼ੋ ਕੀ ਹੋਊਗੀ ਦੋਨਾਂ ਦੀ, ਇਹਦਾ ਕਿੰਨਾ 4 32, ਸੋ 1:8 ਹੋ ਗਿਆ weight ਕਹਿ ਲਓ ਜਾਂ ਕਹਿ ਲਓ ਵੋਲਿਊਮ ਦੀ ਰੇਸ਼ੋ। ਸੋ ਜਦੋਂ ਆਪਣੇ ਕੋਲ ਵੋਲਿਊਮ ਦੀ ਰੇਸ਼ੋ ਆ ਗਈ ਤਾਂ ਆਪਣੇ ਲਈ ਐਜ ਕੱਢਣਾ ਬਹੁਤ ਸਿੰਪਲ ਆ, ਕਿਉਂਕਿ ਵੋਲਿਊਮ ਤੋਂ ਐਜ ਆਪਾਂ ਕਿਵੇਂ ਕੱਢਦੇ ਹੁੰਦੇ ਆ ਕਿਊਬ ਰੂਟ ਕੱਢ ਕੇ। ਸੋ ਉਰੇ ਐਜ ਦੀ ਕੀ ਰੇਸ਼ੋ ਆ ਗਈ 1:2। ਸੋ ਜਿਹੜਾ ਸੈਕਿੰਡ ਕਿਊਬ ਆ ਇਹਦਾ ਐਜ ਪਹਿਲੇ ਕਿਊਬ ਨਾਲੋਂ ਡਬਲ ਹੈ। ਸੋ ਡਬਲ ਹੁਣ ਆਪਾਂ ਕਿਵੇਂ ਦੇਖਾਂਗੇ, ਪਹਿਲੇ ਦਾ ਕਿੰਨਾ ਸੀ 4 ਸੈਂਟੀਮੀਟਰ, ਦੂਜੇ ਦਾ ਡਬਲ ਮਤਲਬ ਕਿ 8। ਸੋ ਰਾਈਟ ਆਂਸਰ ਇਜ਼ ਆਪਸ਼ਨ 2 8 ਸੈਂਟੀਮੀਟਰ। ਅਗਲਾ ਕੁਐਸਚਨ ਦੁਬਾਰਾ ਤੋਂ ਸਿੰਪਲੀਫਿਕੇਸ਼ਨ ਦਾ ਹੈ, ਵੈਰੀ ਸਿੰਪਲ। ਉਰੇ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਇੱਕ ਵੈਲਿਊ ਨੂੰ ਸੋਲਵ ਕਰਨਾ ਆਪਣੀ ਜਗ੍ਹਾ ਤੇ, ਫਿਰ ਉਹਨੂੰ ਇਹਦੇ ਵਿੱਚ ਸਿੰਪਲੀ ਪੁੱਟ ਕਰ ਦੇਣਾ। ਸੋ ਉਰੇ ਹੁਣ 4 ਨੂੰ ਜੇ 20 ਨਾਲ ਡਿਵਾਈਡ ਕਰਾਂਗੇ 5 115 ਆ ਗਿਆ। ਉਰੇ ਹੁਣ ਜੇ ਆਪਾਂ ਡਿਵਾਈਡ ਕਰਦੇ ਆ ਤਾਂ 4, ਉਸ ਤੋਂ ਬਾਅਦ ਇਹਨੂੰ ਮਲਟੀਪਲਾਈ ਕੀਤਾ ਆਪਾਂ ਨੇ, ਮਾਈਨਸ ਮਾਈਨਸ ਪਲੱਸ, ਸੋ 20। ਉਰੇ ਹੁਣ ਆ ਗਿਆ ਆਪਣੇ ਕੋਲ ਡਿਵਾਈਡ ਕਰਕੇ -4। ਸੋ 20 - 4 ਕਿੰਨੀ ਉਰੇ ਵੈਲਿਊ ਆ ਗਈ 16। ਉਰੇ ਪਹਿਲਾਂ ਤਾਂ 5 ਨੂੰ 6 ਦੇ ਨਾਲ ਮਲਟੀਪਲਾਈ ਕਰ ਲਿਆ 30 ਚੋਂ ਆਪਾਂ ਨੇ -30 ਚੋਂ 28 ਕੱਢਿਆ -2 +2 ਵੈਲਿਊ ਕਿੰਨੀ ਆ ਗਈ 0। ਸੋ ਇਹ ਆ ਗਈ A B C ਦੀ ਵੈਲਿਊ। ਹੁਣ ਇਹਨੂੰ ਇਹਦੇ ਵਿੱਚ ਪੁੱਟ ਕਰ ਦੋ, A + B into C divided by 1000 0 0। ਸੋ ਆਪਣੇ ਕੋਲ ਕੀ ਰਹਿ ਗਿਆ 115 divided by 1000। ਰਾਈਟ ਆਂਸਰ ਇਜ਼ ਆਪਸ਼ਨ 2। ਸੋ ਜਿਹੜਾ ਨੈਕਸਟ ਕੁਐਸਚਨ ਹੈ ਇਹ ਕੁਆਡਰੇਟਿਕ ਇਕੁਏਸ਼ਨ ਚ ਹੈ। ਉਰੇ ਆਪਾਂ ਨੇ ਡਿਸਕ੍ਰਿਮੀਨੈਂਟ ਵਾਲਾ ਫਾਰਮੂਲਾ ਲਗਾਉਣਾ ਤੇ ਤੁਸੀਂ ਉਰੇ ਫਾਰਮੂਲਾ ਦੇਖੋ, ਇਹ ਤੁਸੀਂ ਫਾਰਮੂਲਾ ਐਜ਼ ਇਟ ਇਜ਼ ਯਾਦ ਕਰ ਲੈਣਾ ਹੈ। x is equal to -b plus minus √b² minus 4ac divide by 2a। ਤੁਸੀਂ ਇਹਦੇ ਵਿੱਚ ਜਿਵੇਂ ਵੈਲਿਊਜ਼ ਪੁੱਟ ਕਰੋਗੇ, ਜਿਵੇਂ ਉਰੇ a² ਹੈ b² ਹੈ ਇਹ c ਹੈ, ਤਾਂ ਤੁਸੀਂ x ਦੀ ਜਗ੍ਹਾ ਤੇ ਇਹਨੂੰ ਮੰਨ ਲਓ ਕਿ ਆਪਾਂ ਨੇ ਜਿਹੜੀ ਵੈਲਿਊ ਪੁੱਛੀ ਹੋਈ ਹੈ ਇੰਟੀਜਰ ਦੀ ਉਹ ਹੈ। ਸੋ ਉਰੇ b ਦੀ ਜਗ੍ਹਾ ਤੇ ਆ ਜਾਊਗਾ 13 plus minus b²। ਸੋ 13 ਦਾ ਸਕੁਆਇਰ ਕਿੰਨਾ ਹੋ ਗਿਆ 169 minus 4ac। ਸੋ a ਤਾਂ ਉਰੇ ਆਪਣੇ ਕੋਲ 1 ਹੈ ਤੇ c ਕਿੰਨਾ ਹੈ q। ਸੋ ਉਰੇ ਜਿਹੜੀ ਇਕੁਏਸ਼ਨ ਬਣ ਰਹੀ ਹੈ ਉਹ ਬਣ ਰਹੀ ਹੈ -13 plus minus 169 minus 4q upon 2। ਜੋ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਊਗਾ 6। There is 60% increase in amount in 6 years at simple interest. What will be the compound interest of 2,40,000 after 3 years at same rate? Same exactly question ਆਪਾਂ ਪਿੱਛੇ ਕਰਕੇ ਹਟਿਆ। ਸੋ 6 ਸਾਲਾਂ 60% ਹੈ, 1 ਸਾਲ ਚ ਕਿੰਨਾ ਹੋ ਗਿਆ 10%, 60/6। ਸੋ ਇਸ ਤਰੀਕੇ ਨਾਲ ਤੁਸੀਂ ਇਹ ਰੇਟ ਲਗਾ ਕੇ ਕੰਪਾਊਂਡ ਇੰਟਰਸਟ ਫਾਰਮੂਲਾ ਲਗਾਓ, ਤੁਹਾਡਾ ਆਨਸਰ ਆ ਜਾਊਗਾ ਆਪਸ਼ਨ 1। Which digit should come in the place of @ respectively if the number is 54264 is divisible by both 8 and 5? ਉਰੇ ਹੁਣ ਕੀ ਕਰਨਾ, ਆਪਾਂ ਨੂੰ ਇਹ ਜਿਹਾ ਨੰਬਰ ਚਾਹੀਦਾ ਜਿਹੜਾ 8 ਨਾਲ ਵੀ ਡਿਵਾਈਡ ਹੁੰਦਾ ਹੋਵੇ 5 ਨਾਲ ਵੀ ਡਿਵਾਈਡ ਹੁੰਦਾ ਹੋਵੇ। ਸੋ ਤੁਸੀਂ ਉਰੇ ਸਭ ਤੋਂ ਪਹਿਲਾਂ 1 by 1 ਪਿਛਲੇ ਦੋ ਵਰਡਸ ਲਗਾ ਕੇ ਦੇਖ ਲੈਣੇ ਨੇ ਕਿ 50 ਇਹ 8 ਨਾਲ ਡਿਵਾਈਡ ਹੁੰਦਾ, 5 ਨਾਲ ਡਿਵਾਈਡ ਹੁੰਦਾ ਨਹੀਂ, ਇਹ 8 ਨਾਲ ਡਿਵਾਈਡ ਨਹੀਂ ਹੁੰਦਾ। 50 ਜੇ ਪਿਛਲਾ ਵਰਡ ਡਿਵਾਈਡ ਹੋ ਰਿਹਾ ਤਾਂ ਮਤਲਬ ਕਿ ਪੂਰਾ ਵੀ ਡਿਵੀਜ਼ੀਬਲ ਹੋਊਗਾ ਦੋਨਾਂ ਦੇ ਨਾਲ। 20 5 ਨਾਲ ਡਿਵਾਈਡ ਹੁੰਦਾ 8 ਨਾਲ ਨਹੀਂ ਹੁੰਦਾ, 60 5 ਨਾਲ ਹੁੰਦਾ 8 ਨਾਲ ਨਹੀਂ, 40 ਇਹ ਜਿਹਾ ਵਰਡ ਹੈ ਜਿਹੜਾ 8 ਨਾਲ ਵੀ ਹੁੰਦਾ 5 ਨਾਲ ਵੀ ਹੁੰਦਾ। ਸੋ ਇਸੇ ਲਈ ਉਹੀ ਇਸ ਕੁਐਸਚਨ ਦਾ ਰਾਈਟ ਆਨਸਰ ਰਹੂਗਾ ਆਪਸ਼ਨ 3। 64th question,
x upon y is equal to 7 upon 8 ਇਸ ਦੀ ਵੈਲਿਊ ਫਾਈਂਡ ਕਰਨੀ ਹੈ। ਜਿੱਥੇ ਡਿਗਰੀਆਂ ਸੇਮ ਹੋਣ, ਉਰੇ ਵੀ ਸਕੁਆਇਰ ਹੈ ਉੱਥੇ ਆਪਾਂ ਡਾਇਰੈਕਟਲੀ ਵੈਲਿਊ ਪੁੱਟ ਕਰ ਸਕਦੇ ਹੁੰਦੇ ਆ। ਇਹ ਚੀਜ਼ ਤੁਸੀਂ ਨੋਟ ਡਾਊਨ ਕਰ ਲਓ। if degrees are same then we can directly put values and solve our question। values ਕਾਹਦੀ ਪੁੱਟ ਕਰਨੀਆਂ ਨੇ, x ਨੂੰ 7 y ਨੂੰ 8। ਸੋ ਉਰੇ x ਦਾ ਸਕੁਅਰ ਆ ਗਿਆ 49, y ਦਾ 64 upon 49 minus 64। ਆਂਸਰ ਆ ਜਾਊਗਾ 113 ਬਟੇ -5। ਸੋ ਮਾਈਨਸ ਨੂੰ ਆਪਾਂ ਉੱਪਰ ਲਿਖ ਸਕਦੇ ਹੁੰਦੇ ਆ। ਰਾਈਟ ਆਂਸਰ ਹੈ ਚੌਥੀ ਆਪਸ਼ਨ। ਅਗਲਾ ਹੈ ਟ੍ਰੇਨ ਨਾਲ ਰਿਲੇਟਡ ਸਿੰਪਲ ਜਿਹਾ ਕੁਐਸਚਨ। ਦੋ ਟ੍ਰੇਨਸ ਨੇ ਇੱਕ ਦੂਜੇ ਵੱਲ ਆ ਰਹੀਆਂ ਨੇ ਆਪੋਜ਼ਿਟ ਡਾਇਰੈਕਸ਼ਨ ਤੋਂ। ਸੋ ਇੱਕ ਉਰੋਂ ਸ਼ੁਰੂ ਹੋ ਰਹੀ ਹੈ ਐਂਡ ਦ ਫਰੰਟ ਆਫ ਦ ਟੂ ਟ੍ਰੇਨਸ ਆਰ ਕਰੰਟਲੀ ਐਟ ਸੇਮ ਲੈਵਲ। ਸੋ ਜਿਹੜਾ ਫਰੰਟ ਹੈ ਦੋਨਾਂ ਦਾ ਟ੍ਰੇਨਸ ਦਾ ਉਹ ਬਿਲਕੁਲ ਸੇਮ ਲੈਵਲ ਦੇ ਉੱਤੇ ਹੈ। ਇਹਦਾ ਡਰਾਈਵਰ ਵੀ ਉਰੇ ਹੈ, ਇਹਦਾ ਡਰਾਈਵਰ ਵੀ ਉਰੇ ਹੈ। One has the speed of 10 meter per second and length of 120 and the second has 15 meter per second and length of 100। ਟੋਟਲ ਟਾਈਮ ਕਿੰਨਾ ਲੈਣਗੀਆਂ ਇੱਕ ਦੂਜੇ ਨੂੰ ਕ੍ਰਾਸ ਕਰਨ ਦੇ ਲਈ। ਜਿਹੜਾ ਟਾਈਮ ਹੁੰਦਾ ਹੈ ਇਸ ਟਾਈਪ ਦੇ ਕੁਐਸਚਨ ਵਿੱਚ ਉਹ ਹੁੰਦਾ ਜਿੰਨਾ ਇਹਨਾਂ ਦੀ ਟੋਟਲ ਡਿਸਟੈਂਸ ਹੈ ਅਪੋਨ ਟੋਟਲ ਸਪੀਡ। ਸੋ ਇਹ ਤਾਂ ਕੁਝ ਇਹੋ ਜਿਹੇ ਫਾਰਮੂਲੇ ਨੇ ਜਿਹੜੇ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ। ਜਦੋਂ ਵੀ ਤੁਸੀਂ ਥਿਓਰੈਟੀਕਲ ਕਨਸੈਪਟ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਫਾਰਮੂਲੇਸ ਅਲੱਗ ਤੋਂ ਲਿਖ ਲਿਆ ਕਰੋ, ਕਿਉਂਕਿ ਕੁਐਸਚਨ ਦੇਖਣ ਸਾਰ ਤੁਸੀਂ ਸਿੱਧਾ ਜੇ ਫਾਰਮੂਲਾ ਆਉਂਦਾ ਤਾਂ ਅਪਲਾਈ ਕਰਕੇ ਨਾਲ ਦੀ ਨਾਲ ਆਨਸਰ ਕੱਢ ਸਕਦੇ ਹੋ। ਸੋ ਟੋਟਲ ਡਿਸਟੈਂਸ ਅਪੋਨ ਟੋਟਲ ਸਪੀਡ। ਟੋਟਲ ਡਿਸਟੈਂਸ ਕਿੰਨਾ ਹੋ ਗਿਆ, ਜੇ ਓਪੋਜ਼ਿਟ ਡਾਇਰੈਕਸ਼ਨ ਵਿੱਚ ਹੁੰਦੇ ਨੇ ਤਾਂ ਆਪਾਂ ਪਲੱਸ ਕਰਦੇ ਹੁੰਦੇ ਆ, ਜੇ ਇੱਕ ਦੂਜੇ ਵੱਲ ਆ ਰਹੀਆਂ ਨੇ, ਜੇ ਇੱਕ ਦੂਜੇ ਤੋਂ ਦੂਰ ਜਾ ਰਹੀਆਂ ਨੇ ਤਾਂ ਆਪਾਂ ਉੱਥੇ ਮਾਈਨਸ ਕਰਦੇ ਹੁੰਦੇ ਆ। ਸੋ ਹੁਣ ਇਹ ਇੱਕ ਦੂਜੇ ਦੇ ਵੱਲ ਆ ਰਹੀਆਂ ਨੇ, ਸੋ 120 ਪਲੱਸ 100 220 ਹੋ ਗਿਆ। ਇਹਨਾਂ ਦੀ ਲੈਂਥ ਹੀ ਟੋਟਲ ਡਿਸਟੈਂਸ ਹੋਊਗੀ, ਕਿਉਂਕਿ ਇੱਕ ਦੂਜੇ ਨੂੰ ਜਿੰਨੀ ਲੰਬਾਈ ਹੈ ਓਨਾ ਹੀ ਇਹ ਕਵਰ ਕਰਨਗੇ ਇੱਕ ਦੂਜੇ ਨੂੰ ਕ੍ਰਾਸ ਕਰਨ ਦੇ ਲਈ। ਸਪੀਡ 10 ਮੀਟਰ ਹੈ ਤੇ 15, ਸਪੀਡ ਹੋ ਗਈ 25। ਸੋ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜੂ 8.8 ਸੈਕਿੰਡ ਆਪਸ਼ਨ 2। ਜਦੋਂ ਆਪਾਂ a ਇੰਟੀਜਰ ਨੂੰ 8 ਨਾਲ ਡਿਵਾਈਡ ਕਰਦੇ ਆ ਤਾਂ ਉਹ ਰਿਮਾਈਂਡਰ ਦੇ ਰਿਹਾ 3। ਹੁਣ ਜੇ 6a ਨੂੰ 8 ਨਾਲ ਡਿਵਾਈਡ ਕਰਾਂਗੇ ਤਾਂ ਕਿੰਨਾ ਰਿਮਾਈਂਡਰ ਆਊਗਾ। ਸਭ ਤੋਂ ਪਹਿਲੀ ਚੀਜ਼, ਜੇ ਹੁਣ ਉਰੇ ਆਪਾਂ ਇਹਨੂੰ ਇਕੁਅਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਾਂ a ਨੂੰ 6 ਦੇ ਨਾਲ ਮਲਟੀਪਲਾਈ ਕੀਤਾ, ਉਰੇ ਹੁਣ ਆਪਾਂ ਜੇ 3 ਨੂੰ 6 ਦੇ ਨਾਲ ਮਲਟੀਪਲਾਈ ਕਰੀਏ ਕੀ ਆ ਜਾਊਗਾ 18। ਪਰ 18 8 ਦੇ ਉੱਤੇ ਡਿਵਿਜ਼ੀਬਲ ਨਹੀਂ ਹੈ, ਇਹ ਚੀਜ਼ ਆਪਾਂ ਨੂੰ ਪਤਾ ਹੈ। ਸੋ 18 ਨੂੰ ਜੇ 8 ਨਾਲ ਡਿਵਾਈਡ ਕਰਦੇ ਆ ਤਾਂ ਰਿਮਾਈਂਡਰ ਕਿੰਨਾ ਬਚਦਾ 2। ਸੋ ਆਪਣਾ ਆਨਸਰ ਆ ਗਿਆ ਸਿੱਧਾ ਜਿਹਾ ਆਪਸ਼ਨ 1। ਵੈਰੀ ਸਿੰਪਲ। ਲੈਂਥ ਆਫ ਈਚ ਸਾਈਡ ਆਫ ਕਿਊਬ ਇਜ਼ 7 ਸੈਂਟੀਮੀਟਰ। ਟੋਟਲ ਸਰਫੇਸ ਏਰੀਆ ਕਿੰਨਾ ਹੋਊਗਾ। ਟੋਟਲ ਸਰਫੇਸ ਏਰੀਆ ਦਾ ਫਾਰਮੂਲਾ ਕਿੰਨਾ ਹੈ 2a ਸਕੁਆਇਰ। ਸੋ 6 into ਲੈਂਥ ਈਚ ਸਾਈਡ ਦੀ ਦੱਸੀ ਹੋਈ ਹੈ, ਇਹਨੂੰ ਸੋਲਵ ਕਰੋਗੇ 294 ਸੈਂਟੀਮੀਟਰ ਸਕੁਆਇਰ ਆਪਸ਼ਨ 3। LCM ਹੈ ਦੋ ਪ੍ਰਾਈਮ ਨੰਬਰ ਦਾ a ਤੇ b ਦਾ, ਜਿਹਦੇ ਚ a ਵੱਡਾ ਰਹੂਗਾ b ਨਾਲੋਂ 141। ਵੈਲਿਊ ਕਿੰਨੀ ਹੈ 5b minus 2a ਦੀ। ਸਭ ਤੋਂ ਪਹਿਲੀ ਚੀਜ਼ ਪ੍ਰਾਈਮ ਨੰਬਰ ਨੇ HCF ਆਊਗਾ 1। LCM ਆਲਰੇਡੀ ਪਤਾ ਹੈ 141। ਹੁਣ ਜਿਹੜਾ 141 ਹੈ LCM ਹੈ ਦੋ ਪ੍ਰਾਈਮ ਨੰਬਰ ਦਾ, ਇਹ ਦੋਨੋਂ ਨੰਬਰ ਦਾ ਕੀ ਹੁੰਦਾ ਮਲਟੀਪਲੀਕੇਸ਼ਨ। ਦੋ ਨੰਬਰਸ ਨੂੰ ਮਲਟੀਪਲਾਈ ਕਰਕੇ ਆਪਾਂ LCM ਕੱਢਦੇ ਹਾਂ। ਸੋ ਤੁਸੀਂ ਪਹਿਲਾਂ 2 ਦੇ ਨਾਲ ਮਲਟੀਪਲਾਈ ਕਰਕੇ ਦੇਖੋਗੇ ਤਾਂ ਪਿੱਛੇ ਔਡ ਨੰਬਰ ਹੈ, 2 ਦੇ ਨਾਲ ਤਾਂ ਇਹਦੀ ਮਲਟੀਪਲੀਕੇਸ਼ਨ ਹੋ ਹੀ ਨਹੀਂ ਸਕਦੀ। ਸੋ ਫਿਰ ਤੁਸੀਂ 3 ਦੇ ਨਾਲ ਮਲਟੀਪਲਾਈ ਕਰਕੇ ਦੇਖੋਗੇ ਕਿ 141 ਡਿਵਾਈਡ ਹੁੰਦਾ, ਬਿਲਕੁਲ ਹੁੰਦਾ। 3 into 47 ਕਿੰਨਾ ਹੁੰਦਾ 141। ਸੋ ਇਹ ਹੋ ਗਏ ਦੋ ਪ੍ਰਾਈਮ ਨੰਬਰ। ਹੁਣ ਇਹਦੇ ਵਿੱਚੋਂ ਵੀ ਕੁਐਸਚਨ ਵਿੱਚ ਦੱਸਿਆ ਹੋਇਆ ਵੀ a ਵੱਡਾ ਰਹੂਗਾ b ਨਾਲੋਂ। ਸੋ a ਕੀ ਹੋ ਗਿਆ 47, b ਕਿੰਨਾ ਆ ਗਿਆ 3। ਹੁਣ ਜੋ ਤੁਸੀਂ a ਤੇ b ਦੀ ਵੈਲਿਊ ਇਹਦੇ ਚ ਪੁੱਟ ਕਰੋਗੇ 5b minus 2a ਦੇ ਵਿੱਚ, 5b minus 2a ਤਾਂ ਉਰੇ b ਕਿੰਨੀ ਸੀ 1, 2 into 47। ਸੋ ਆਨਸਰ ਕੀ ਆ ਜਾਊਗਾ ਤੁਹਾਡੇ ਕੋਲ, ਸੌਰੀ ਉਰੇ b ਸੀ 3। ਸੋ ਆਨਸਰ ਆ ਜਾਊਗਾ 15 minus 94 minus 79 ਆਪਸ਼ਨ 3। ਸਟੈਪ ਬਾय ਸਟੈਪ ਜੇ ਚੱਲੋਗੇ ਤਾਂ ਥੋੜਾ ਹਰ ਕੁਐਸਚਨ ਸੋਲਵ ਹੋਊਗਾ। Which of the following option give the correct formula for finding the roots of quadratic equation। ਜਿਹੜੀ ਇਸ ਫਾਰਮ ਵਿੱਚ ਹੈ, ਇਹ ਸੇਮ ਕੁਐਸਚਨ ਆਪਾਂ ਪਿੱਛੇ ਕਰਕੇ ਹਟਿਆ, ਉੱਥੇ ਮੈਂ ਤੁਹਾਨੂੰ ਫਾਰਮੂਲਾ ਹੀ ਦੱਸਿਆ ਸੀ ਕਿ ਉਹਦੇ ਚ ਕਿਹੜੀਆਂ ਵੈਲਿਊਜ਼ ਪੁੱਟ ਹੋਣਗੀਆਂ। ਸੋ ਜੇ ਇਸ ਟਾਈਪ ਦੀ ਕੁਆਡਰੇਟਿਕ ਇਕੁਏਸ਼ਨ ਆ ਤਾਂ ਉਹਦਾ ਫਾਰਮੂਲਾ ਹੋਊਗਾ ਇਹ ਵਾਲਾ ਆਪਸ਼ਨ 1।
तुसी मेनली याद रखना 4AC प्लस माइनस ते स्टार्टिंग दे विच भी माइनस। 70th क्वेश्चन, एक आइटम है उन्होंने 12% दे प्रॉफिट ते बेचिया। Had the item been sold for 180 more, the profit would have been 18%। जे जिन्नी अमाउंट ते 12% प्रॉफिट आया है, जे तुसी ओदे नालों 180 रुपए होर ज्यादा दे बेचदे तां 12 दी बजाय 18% प्रॉफिट हुंदा, 6% ज्यादा प्रॉफिट हुंदा। आइटम दी कॉस्ट प्राइस किन्नी रही हो? मान लो कॉस्ट प्राइस 100% सी जिदे उत्ते आपां ने बेचिया, प्रॉफिट उरे हुण 12% दे नाल 112 हो गया, 18 दे उत्ते किन्ना हुंदा 118, टोटल डिफरेंस किन्ना है 6% दा। सो जे 1% उत्ते अमाउंट बन रही है 180 बटे 6, जो डिफरेंस है इन्हां दोनों दा 30, तां 100 दे उत्ते बनूगी 100 into 30, 3000, ऑप्शन 4। If x is equal to 0.2025 ਤਾਂ ਇਹਦੀ ਵੈਲਿਊ ਕੀ ਰਹੂ? ਸਭ ਤੋਂ ਪਹਿਲਾਂ ਜੇ ਤੁਹਾਨੂੰ ਇਸ ਟਾਈਪ ਦੀ ਕੋਈ ਇਕੁਏਸ਼ਨ ਬੇਸਡ ਕੁਐਸਚਨ ਆਉਂਦਾ, ਇਹ ਦੇਖਿਆ ਕਰੋ ਵੀ ਕਿਤੇ ਕੋਈ ਆਇਡੈਂਟੀਟੀ ਤਾਂ ਨਹੀਂ ਬਣ ਰਹੀ, ਕੋਈ ਉਰੇ ਥੋੜੀ ਸਿੰਪਲੀਫਿਕੇਸ਼ਨ ਤਾਂ ਨਹੀਂ ਹੋ ਰਹੀ। ਸੋ ਉਰੇ ਸਿੱਧਾ ਸਿੱਧਾ ਫਾਰਮੂਲਾ ਲੱਗ ਰਿਹਾ ਹੈ a ਸਕੁਆਇਰ ਪਲਸ b ਸਕੁਆਇਰ ਪਲਸ 2ab। ਇਹ ਫਾਰਮੂਲਾ ਸੇਮ ਇਹੀ ਬਣ ਰਿਹਾ ਹੈ, a plus b ਸਕੁਆਇਰ ਉਹਦਾ ਇਹ ਜਦੋਂ ਨੂੰ ਸੋਲਵ ਕਰਦੇ ਆ ਤਾਂ ਆਪਣੇ ਕੋਲ a ਨਿਕਲ ਕੇ ਆ ਰਿਹਾ ਹੈ। ਸੋ ਹੁਣ ਆਪਾਂ ਇਹਨੂੰ ਸੋਲਵ ਕਰ ਲੈਂਦੇ ਆ, ਇਹ ਆ ਜਾਊਗਾ 4x plus 1 ਦੀ ਸਕੁਆਇਰ। ਇਹਨੂੰ ਜੇ ਤੁਸੀਂ ਸੋਲਵ ਕਰੋਗੇ ਤਾਂ ਤੁਹਾਡਾ ਆਹੀ ਨਿਕਲ ਕੇ ਆ ਜਾਊਗਾ 16x ਸਕੁਆਇਰ plus 8x plus 1। ਹੁਣ ਆਪਣੇ ਕੋਲ ਥੋੜਾ ਜਿਹਾ ਕੰਸਾਈਜ਼ ਹੋ ਗਈ ਇਕੁਏਸ਼ਨ, plus 6x ਇਹਦਾ ਰੂਟ। ਹੁਣ ਰੂਟ ਦੇ ਨਾਲ ਸਕੁਆਇਰ ਕੈਨਸਲ ਹੋ ਗਿਆ ਤਾਂ ਆਪਣੇ ਕੋਲ ਸਿੰਪਲ ਸਿੱਧੀ ਇਕੁਏਸ਼ਨ ਆ ਗਈ 4x plus 6 plus 6x। ਇਹਨੂੰ ਹੋਰ ਸੋਲਵ ਕਰ ਲਓ 10x plus 1। ਸੋ 10x plus 1 ਉਰੇ ਹੁਣ ਇੱਕ ਜਗ੍ਹਾ ਤੇ ਤੁਹਾਨੂੰ ਵੈਲਿਊ ਪੁੱਟ ਕਰਨੀ ਸੌਖੀ ਹੈ, ਰਾਦਰ ਦੈਨ ਕਿ ਤੁਹਾਨੂੰ ਤਿੰਨ ਜਗ੍ਹਾ ਤੇ ਵੈਲਿਊ ਪੁੱਟ ਕਰਨੀ ਪਵੇ। ਉਹਦੇ ਨਾਲ ਤੁਹਾਡਾ ਆਨਸਰ ਬਹੁਤ ਹੀ ਜ਼ਿਆਦਾ ਲੈਂਦੀ ਬਣ ਜਾਊਗਾ, ਤੁਸੀਂ ਇਹੀ ਕੁਐਸਚਨ ਤੇ ਬੈਠੇ ਰਹੋਗੇ। ਸੋ ਜਦੋਂ ਆਪਾਂ x ਦੀ ਵੈਲਿਊ ਉਰੇ 0.2025 ਪੁੱਟ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 3.025, ਆਪਸ਼ਨ 4। अगला क्वेश्चन है जिहड़ा 72nd, एक काफी ज्यादा कॉम्प्लिकेटेड क्वेश्चन है। आम तौर ते आपां कॉम्पिटिटिव एग्जाम दे विच एग्जामिनर तो नहीं एक्सपेक्ट करदे कि इन्ना ज्यादा लेंथी क्वेश्चन वो पूछणगे, पर स्टिल जे पेपर च आया तो आपां इहनूं सॉल्व जरूर करांगे। मेन जदों भी इस टाइप दा कोई क्वेश्चन आ गया, तुसीं उत्थे जिहड़ी वड्डी वैल्यू है पहला इहनूं फड़न दी कोशिश करनी है, इहनूं सॉल्व करन दी कोशिश करनी है, यही तुहानूं इस जगह ते पहुंचाऊगी। ਇਹਦਾ ਆਨਸਰ ਹੈ ਆਪਸ਼ਨ 4 -47 ਤੇ ਇਹਨੂੰ ਮੈਂ ਤੁਹਾਨੂੰ ਐਂਡ ਦੇ ਉੱਤੇ ਸੋਲਵ ਕਰਕੇ ਦਿਖਾਉਂਗੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਸਕੁਆਇਰ ਆਫ ਵਿਚ ਆਫ ਦ ਫੋਲੋਇੰਗ ਵੁੱਡ ਬੀ ऑड ਨੰਬਰ। ਇਹ ਤਾਂ ਆਪਾਂ ਦੇਖਣ ਸਾਰ ਪਤਾ ਚੱਲ ਰਿਹਾ ਕਿਉਂਕਿ ਆਪਾਂ ਹਮੇਸ਼ਾ ਐਂਡ ਵਾਲੇ ਵਰਡ ਤੋਂ ਹੀ ਦੇਖਦੇ ਹੁੰਦੇ ਹਾਂ ਡਿਜਿਟ ਤੋਂ। ਜੇ ਉਹਦਾ ਸਕੁਆਇਰ ਈਵਨ ਹੈ ਤਾਂ ਈਵਨ ਰਹੂਗਾ। ਸੋ ਉਰੇ ਪਹਿਲਾ ਹੀ ਆਪਸ਼ਨ ਹੈ ਜਿਹੜਾ 9, 9 ਦਾ ਸਕੁਆਇਰ ਕੀ ਹੈ 81। ਸੋ ਪਿੱਛੇ ਕੀ ਆ ਰਿਹਾ 1, 1 ਕੀ ਹੈ ਇੱਕ ऑड ਨੰਬਰ। ਸੋ ਰਾਈਟ ਆਨਸਰ ਹੋ ਗਿਆ ਆਪਸ਼ਨ 1। Sum of two number is 85, their difference is 5। दो नंबर ਦਾ sum ਹੈ 85, difference ਹੈ 5। larger number ਦੀ value, larger number ਦੀ value ਕੱਢਣ ਦੇ ਲਈ ਆਪਾਂ ਇਸ sum ਤੇ difference ਨੂੰ add ਕਰਕੇ divide ਕਰਦੇ ਹਾਂ 2 ਦੇ ਨਾਲ ਤੇ smaller number ਦੇ ਲਈ ਆਪਾਂ ਕਰਦੇ ਹਾਂ minus divide by 2। ਸੋ ਉਰੇ larger number ਕਿੰਨਾ ਆ ਗਿਆ 45, option 2। ਜੇ ਤੁਹਾਨੂੰ ਫਾਰਮੂਲਾ ਪਤਾ ਤਾਂ ਤੁਹਾਡਾ less than 30 सेकंड ਦੇ ਵਿੱਚ question solve ਹੋ ਸਕਦਾ ਹੈ। नेक्स्ट बहुत ही सिंपल क्वेश्चन है, सीधा रेशो दसी हुई है 15/22, डबल रेशो है इक्वल टू x अपॉन 11। x की वैल्यू करनी है, सो a गया 2 ते 2 7.5, x is equal to 7.5, option 3। A solid right circular cone has a total surface area। total surface area की हुंदा curved surface area plus जिहड़ा cone दा base है पाई r square किन्ना 1848। जे कर्व सरफेस एरिया टोटल सरफेस एरिया दा 2/3 है तो रेडियस किन्ना आऊगा कोन दे बेस दा। सो हुण उरे टोटल सरफेस एरिया इन्ना है, कर्व सरफेस एरिया की कहता कि एदा 2/3 है। जे एक कोन दे टोटल सरफेस चों
ਉਹਦਾ curved surface area 2/3 ਹੈ ਤਾਂ ਉਹਦਾ ਬਚਿਆ ਹੋਇਆ ਕਿੰਨਾ ਹੋਊਗਾ 1/3 ਵੈਰੀ ਸਿੰਪਲ ਸੋ ਜਿਹਨੂੰ ਆਪਾਂ 1/3 ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 616 ਹੁਣ ਆਪਾਂ ਇਹਨੂੰ ਇਕੁਅਲ ਰੱਖ ਸਕਦੇ ਹਾਂ ਇਹਦੇ ਏਰੀਆ ਦੇ ਪਾਈ ਆਰ ਸਕੁਆਇਰ ਇਜ਼ ਇਕੁਅਲ ਟੂ 616 ਪਾਈ ਦੀ ਵੈਲਿਊ ਕਿੰਨੀ ਹੈ 22.7 ਸੋ ਆਪਾਂ ਨੇ ਕੁਐਸਚਨ ਦੇ ਵਿੱਚ ਵੀ ਆਰ ਸਕੁਆਇਰ ਰੇਡੀਅਸ ਹੀ ਪੁੱਛਿਆ ਹੋਇਆ ਸੋ ਆਰ ਸਕੁਆਇਰ ਇਜ਼ ਇਕੁਅਲ ਟੂ 616 ਉਰੋਂ ਆਪਾਂ ਵੈਲਿਊ ਇੱਧਰ ਲੈ ਜਾਾਂਗੇ 7.22 ਆ ਜਾਊਗਾ ਸੋ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਪਹਿਲੇ ਇਹਨੂੰ 11 ਦੇ ਨਾਲ ਕਰਕੇ ਦੇਖ ਲੈਂਦੇ ਆ ਸੌਰੀ 2 ਦੇ ਨਾਲ ਕਰਕੇ ਦੇਖ ਲੈਂਦੇ ਆ 308 then 2 8 so 28 into 7 196 ਤੇ 196 ਦਾ रूट कर दांगे 14 सो अपने को आ गया रेडियस 14 ऑप्शन 1 सिंपली कोई भी मैथ दा क्वेश्चन सॉल्व करना है सब तो पहला ਤੁਹਾਨੂੰ ਫਾਰਮੂਲੇ ਪੱਕੇ ਹੋਣੇ ਚਾਹੀਦੇ ਨੇ ਜੇ ਤੁਹਾਨੂੰ ਫਾਰਮੂਲਾ ਪਤਾ ਤਾਂ ਤੁਹਾਡਾ ਨਾਲ ਦੀ ਨਾਲ 80% क्वेश्चन ਉੱਥੇ ਹੀ ਸੋਲਵ ਹੋ ਜਾਂਦਾ ਹੈ ਅਗਲਾ ਹੈ ਸਿੰਪਲੀਫਿਕੇਸ਼ਨ ਦਾ ਬਹੁਤ ਹੀ ਸਿੱਧਾ ਜਿਹਾ क्वेश्चन ਸੋ ਉਰੇ ਆਪਾਂ ਬॉड ਮਾਸ ਰੂਲ ਅਪਲਾਈ ਕਰਾਂਗੇ ਪਹਿਲਾਂ a ਵਾਲਾ ਇਨਰ ਬ੍ਰੈਕਟਸ ਖੋਲਾਂਗੇ then ਉਸ ਤੋਂ ਬਾਅਦ a ਬ੍ਰੈਕਟਸ ਖੋਲਾਂਗੇ 1 by 1 ਫਿਰ ਆਪਾਂ ਡਿਵਾਈਡ ਮਲਟੀਪਲਾਈ ਕਰਾਂਗੇ ਤੇ ਇਹਨੂੰ ਸੋਲਵ ਕਰਕੇ ਆਨਸਰ ਆ ਜਾਊਗਾ 3/5 ਆਪਸ਼ਨ 4 next is the greatest number which on dividing 1362 and 1618 leave remainder 2 and 3 respectively so ਉਰੇ ਹੁਣ ਕਿਹੜਾ ਨੰਬਰ ਹੈ ਜਿਹਨੂੰ ਆਪਾਂ ਡਿਵਾਈਡ ਕਰ ਰਹੇ ਹਾਂ ਜਿਹਦੇ ਨਾਲ 2 ਰਿਮਾਈਂਡਰ ਬਚੂ ਉਰੇ ਬਚੂਗਾ 3 ਸੋ ਇਹ ਫੁੱਲੀ ਡਿਵਾਈਡ ਉਰੇ ਹੋ ਸਕਦਾ 360 ਤੇ ਉਰੇ ਫੁੱਲੀ ਡਿਵਾਈਡ ਹੋ ਸਕਦਾ 1615 ਹੁਣ ਇਹ ਦੋਨੋਂ ਕਿਹੜੇ ਨੰਬਰ ਦੇ ਨਾਲ ਫੁੱਲੀ ਡਿਵਾਈਡ ਹੋ ਸਕਦੇ ਨੇ ਆਪਾਂ ਨੇ ਇਹ ਦੇਖਣਾ ਕਿਉਂਕਿ ਰਿਮਾਈਂਡਰ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਕਿੰਨਾ ਕਿੰਨਾ ਛੱਡ ਰਹੇ ਨੇ ਸੋ ਇਹਦੇ ਲਈ ਆਪਾਂ ਫੈਕਟਰਸ ਦਾ HCF ਨੰਬਰ ਦਾ ਆਪਾਂ ਡਿਫਰੈਂਸ ਦੇਖਦੇ ਹੁੰਨੇ ਆ ਇਹਨਾਂ ਦੋਨਾਂ ਦਾ ਡਿਫਰੈਂਸ ਕੀ ਹੈ ਸੋ 1615 minus 1360 ਆ ਗਿਆ 255 ਹੁਣ 255 ਕਿਹਦੇ ਨਾਲ ਡਿਵਾਈਡ ਹੋ ਸਕਦਾ ਹੁਣ ਆਪਾਂ ਨੂੰ ਦੇਖਣ ਸਾਰ ਪਤਾ ਚੱਲ ਰਿਹਾ ਕਿ 255 2 ਤੇ ਤਾਂ ਆਪਾਂ ਡਿਵਾਈਡ ਕਰਾਂਗੇ ਨਹੀਂ ਕੋਈ ਨਾ ਕੋਈ ਰਿਮਾਈਂਡਰ ਬਚੂਗਾ ਹੀ ਹੁਣ ਜੇ ਆਪਾਂ 3 ਤੇ ਇਹਨੂੰ ਡਿਵਾਈਡ ਕਰਕੇ ਦੇਖਦੇ ਹਾਂ ਤਾਂ ਆਪਣੇ ਕੋਲ 3 ਦੇ ਨਾਲ ਇਹ ਪੂਰੀ ਤਰ੍ਹਾਂ ਡਿਵਾਈਡ ਹੋ ਰਿਹਾ 85 ਤੇ 85 ਆਪਸ਼ਨ ਵਿੱਚ ਹੈ ਆਪਸ਼ਨ 1 this is the right answer ਰਾਮ ਰੋਹਿਤ ਦੋਨੋਂ 2 ਤੇ 3 ਦਿਨਾਂ ਚ ਕੋਈ ਕੰਮ ਕੰਪਲੀਟ ਕਰਦੇ ਨੇ ਜੋ ਇਕੱਠੇ ਕਰਨ finish the job and receive ₹5000 ਰੋਹਿਤ ਦਾ ਸ਼ੇਅਰ ਕਿੰਨਾ ਹੋਗਾ ਉਰੇ ਹੁਣ ਤੁਹਾਨੂੰ ਐਫੀਸ਼ੀਐਂਸੀ ਲੱਭਣ ਦੀ ਜ਼ਰੂਰਤ ਹੈ ਤੁਹਾਡਾ ਕੁਐਸਚਨ ਨਾਲ ਦੀ ਨਾਲ ਸੋਲਵ ਹੋ ਜਾਊਗਾ ਰਾਮ 2 ਦਿਨਾਂ ਚ ਕੰਮ ਕਰ ਰਿਹਾ ਤੇ ਰੋਹਿਤ 3 ਦਿਨਾਂ ਚ ਜਿਹੜੀ ਕੰਮ ਦੀ ਵਰਕ ਦੀ ਟਾਈਮ ਦੇ ਨਾਲ ਐਫੀਸ਼ੀਐਂਸੀ ਹੁੰਦੀ ਹੈ ਉਹ ਆਪਸ ਦੇ ਵਿੱਚ ਹੁੰਦੀ ਹੈ ਐਫੀਸ਼ੀਐਂਸੀ ਤੇ ਟਾਈਮ ਇਨਵਰਸਲੀ ਪ੍ਰੋਪੋਰਸ਼ਨ ਜਿੰਨਾ ਤੁਸੀਂ ਘੱਟ ਟਾਈਮ ਲਗਾਓਗੇ ਉਹਦਾ ਮਤਲਬ ਹੈ ਕਿ ਉਨਾ ਹੀ ਤੁਸੀਂ ਘੱਟ ਟਾਈਮ ਦੇ ਵਿੱਚ ਜੇ ਜ਼ਿਆਦਾ ਕੰਮ ਕਰ ਰਹੇ ਹੋ ਤਾਂ ਉਹਦਾ ਮਤਲਬ ਹੈ ਤੁਹਾਡੀ ਐਫੀਸ਼ੀਐਂਸੀ ਜ਼ਿਆਦਾ ਹੋ ਰਹੀ ਹੈ ਤੁਸੀਂ ਕੰਮ ਜ਼ਿਆਦਾ ਕਰ ਰਹੇ ਹੋ ਕੋਈ ਬੰਦਾ 10 ਦਿਨਾਂ ਦਾ ਕੰਮ 2 ਦਿਨ ਚ ਕਰ ਰਿਹਾ ਮਤਲਬ ਉਹਦੀ ਐਫੀਸ਼ੀਐਂਸੀ ਕੀ ਹੈ ਜ਼ਿਆਦਾ ਹੈ ਉਹਦੀ ਕੰਮ ਕਰਨ ਦੀ ਜਿਹੜੀ ਕੈਪੇਬਿਲਿਟੀ ਹੈ ਕੈਪੈਸਿਟੀ ਹੈ ਐਫੀਸ਼ੀਐਂਸੀ ਉਹ ਜ਼ਿਆਦਾ ਹੈ ਸੋ ਹੁਣ ਉਰੇ ਜੋ ਦੋਨੋਂ ਇਕੱਠੇ ਕੰਮ ਕਰਦੇ ਨੇ ਕੰਮ ਨੂੰ ਖਤਮ ਕਰਦੇ ਨੇ ਤਾਂ ਉਹਨਾਂ ਨੂੰ 5000 ਟੋਟਲ ਮਿਲ ਰਿਹਾ ਤਾਂ ਰੋਹਿਤ ਦਾ ਜਿਹੜੀ ਐਫੀਸ਼ੀਐਂਸੀ ਹੈ ਉਹ ਹੋਗੀ 3 ਸੌਰੀ ਉਰੇ ਰਾਮ ਦੀ ਐਫੀਸ਼ੀਐਂਸੀ ਹੋਗੀ 3 ਤੇ ਰੋਹਿਤ ਦੀ ਹੋਗੀ 2 ਕਿਉਂ ਕਿਉਂਕਿ ਇਹਨਾਂ ਦੇ ਕੰਮ ਦੀ ਕੀ ਸੀ ਰੇਸ਼ੋ 2:3 ਤਾਂ ਐਫੀਸ਼ੀਐਂਸੀ ਕੀ ਹੋ ਜਾਊਗੀ ਉਲਟੀ ਸੋ ਰਾਮ ਨੂੰ ਸ਼ੇਅਰ ਜ਼ਿਆਦਾ ਮਿਲੂਗਾ ਰੋਹਿਤ ਦਾ ਇਹ ਆ ਜਾਊਗਾ ਸ਼ੇਅਰ ਸੋ ਟੋਟਲ 5000 ਤੋਂ ਜੇ ਆਪਾਂ ਸ਼ੇਅਰ ਦੀ ਗੱਲ ਕਰੀਏ ਤਾਂ ਐਸ ਪਰ ਐਫੀਸ਼ੀਐਂਸੀ ਇਹਨੂੰ ਮਿਲੂਗਾ 2% ਹਿੱਸਾ ਸੋ ਟੋਟਲ 5000 ਸੀ ਤੇ ਜੇ ਆਪਾਂ ਰੇਸ਼ੋ ਦੇ ਅਕੋਰਡਿੰਗ ਜਾਈਏ ਤਾਂ 2 ਹੈ ਉਰੇ ਰੋਹਿਤ ਦਾ ਸ਼ੇਅਰ ਟੋਟਲ ਕਿੰਨਾ ਹੈ 2 + 3 5 डिवाइड करांगे उरे आ जाऊगा 2000 ऑप्शन 4 लास्ट क्वेश्चन है मैथ्स का P can finish a work in 18 days Q can do the same work in 10 days कोई काम है P 18 दिन च कर रहा है Q 10 दिन च Q ਦਾ ਹੁਣ ਉਰੇ 1 ਦਿਨ ਦਾ ਕੰਮ ਕਿੰਨਾ ਹੋ ਗਿਆ 1/10 Q ਨੇ 5 ਦਿਨ ਕੰਮ ਕੀਤਾ ਤਾਂ 5 ਨਾਲ ਉਹਦਾ ਕੰਮ ਕਿੰਨਾ ਹੋ ਗਿਆ 1/2 बचा होया काम किन्नी है रिमेनिंग वर्क किन्ना है 1 माइनस टोटल हुंदा है 1 ਉਹ ਚੋਂ ਜਿੰਨਾ 5 ਦਿਨਾਂ ਦਾ Q ਨੇ ਕਰਤਾ ਸੋ ਬਚਿਆ ਕਿੰਨਾ ਹੈ 1/2
2। ਹੁਣ ਉਰੇ ਜਿਹੜੀ P ਹੈ ਉਹ 1/18 ਦਿਨਾਂ ਚ ਕੰਮ ਕਰ ਰਹੀ ਹੈ। ਸੋ ਜੇ P 18 ਡੇਜ਼ ਚ ਕਰ ਰਹੀ ਹੈ ਤਾਂ ਬਚਿਆ ਹੋਇਆ ਕੰਮ ਕਰੂਗੀ 1/2, ਸੋ 9 ਡੇਜ਼ ਦੇ ਵਿੱਚ ਆਪਸ਼ਨ 4। ਸੋ ਹੁਣ ਆਪਾਂ ਸਟਾਰਟ ਕਰਦੇ ਜਿਹੜਾ ਆਪਾਂ ਨੇ ਪਿੱਛੇ ਕੁਐਸਚਨ ਛੱਡਿਆ ਸੀ 72nd। ਹੁਣ ਉਰੇ ਆਪਾਂ ਨੇ 2207 ਇਸ ਵੈਲਿਊ ਤੱਕ ਪਹੁੰਚਣਾ ਹੈ। ਇਹ ਵੈਲਿਊ ਕਿਵੇਂ ਤਿਆਰ ਕਰਨੀ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਤੇ ਆਪਾਂ ਨੂੰ ਉਦੋਂ ਹੀ ਪਤਾ ਲੱਗੂ ਜੇ ਇਸ ਟਾਈਪ ਦੇ ਆਪਾਂ ਕੁਐਸਚਨ ਘੱਟੋ ਘੱਟ 20-25 ਕੁਐਸਚਨ ਸੋਲਵ ਕੀਤੇ ਹੋਣਗੇ। ਸੋ x plus 1/x3 is equal to 3। ਪਹਿਲਾਂ ਤਾਂ ਆਪਾਂ ਇਹਦਾ ਸਕੁਆਇਰ ਕਰ ਦਾਂਗੇ। ਤਾਂ ਇਹਦਾ ਸਕੁਆਇਰ ਕਰਕੇ ਆ ਗਿਆ x ਦੀ ਸਕੁਆਇਰ plus 1 upon x ਦੀ ਸਕੁਆਇਰ plus 2 is equal to 9 ਤੇ ਸੋਲਵ ਕਰਕੇ ਆ ਜਾਊਗਾ x ਦੀ ਸਕੁਆਇਰ plus 1 upon x ਦੀ ਸਕੁਆਇਰ is equal to 7। ਮੂਵਿੰਗ ਫਰਦਰ ਹੁਣ ਜਿਹੜੀ a ਵੈਲਿਊ ਆਈ ਆ ਆਪਾਂ ਨੇ ਇਹਦਾ ਅੱਗੇ ਸਕੁਆਇਰ ਕਰ ਦੇਣਾ। ਸੋ ਆਪਣੇ ਕੋਲ a ਦਾ ਸਕੁਆਇਰ ਕਰਕੇ ਆਊਗਾ ਕਿਉਂਕਿ ਆਪਾਂ ਜਦੋਂ ਇਹਨੂੰ ਸੋਲਵ ਕਰਾਂਗੇ ਇਸੇ ਤਰੀਕੇ ਦੇ ਨਾਲ ਤਾਂ ਇਹ ਵੀ 49 ਚੋਂ 2 ਮਾਈਨਸ ਹੋ ਕੇ 47 ਰਹਿ ਜਾਂਦਾ। ਉਸ ਤੋਂ ਅਗਲਾ ਸਟੈਪ ਹੈ ਆਪਣਾ ਅਗੇਨ a ਦਾ ਸਕੁਆਇਰ ਕਰਨਾ। ਹੁਣ ਜਦੋਂ a ਦਾ ਸਕੁਆਇਰ ਕੀਤਾ ਤਾਂ ਆਪਣੇ ਕੋਲ ਆ ਵੈਲਿਊ ਨਿਕਲ ਕੇ ਆ ਜਾਊਗੀ x ਦੀ 8 plus 1/x ਦੀ 8 is equal to 47 square minus 2 ਸੋਲਵ ਕਰਕੇ ਆ ਜਾਊਗਾ 2207। ਸੋ ਹੁਣ ਕਿਤੇ ਨਾ ਕਿਤੇ ਆਪਾਂ ਨੇੜੇ ਪਹੁੰਚ ਰਹੇ ਹਾਂ ਕੁਐਸਚਨ ਦੇ। ਸੋ a ਦੀ ਵੈਲਿਊ ਆ ਗਈ this one, ਇਹ ਆਪਾਂ ਨੇ ਉਰੇ ਯਾਦ ਰੱਖਣੀ ਹੈ। ਹੁਣ ਜਦੋਂ ਆਪਾਂ ਇਹਨੂੰ ਇੱਕ ਇੱਕ ਕਰਕੇ ਇਕੁਏਸ਼ਨ ਦੇ ਵਿੱਚ ਪੁੱਟ ਕਰਨ ਲੱਗਾਂਗੇ ਤਾਂ ਫਿਰ ਆਪਣਾ ਕੁਐਸਚਨ ਹੋਰ ਅੱਗੇ ਵਧੀ ਜਾਊਗਾ, ਸੋਲਵ ਹੁੰਦਾ ਜਾਊਗਾ। ਹੁਣ ਉਰੇ 2207 ਇਹਨੂੰ ਆਪਾਂ ਕਾਮਨ ਅੱਗੇ ਕੱਢ ਸਕਦੇ ਹਾਂ ਦੋਨਾਂ ਦੇ ਲਈ। ਕੀ ਬਚ ਗਿਆ x ਦੀ 4 ਮਾਈਨਸ x ਦੀ 2। ਉਸ ਤੋਂ ਬਾਅਦ ਅੱਗੇ ਆਪਾਂ ਹੁਣ 2207 ਸੀ ਇਹਦੀ ਆ ਵੈਲਿਊ ਸੀ। ਹੁਣ ਕੀ ਆਪਾਂ ਉਰੇ 2207 ਦੀ ਬਜਾਏ ਇਸ ਵੈਲਿਊ ਨੂੰ ਪੁੱਟ ਕਰ ਸਕਦੇ ਹਾਂ? ਐਬਸੋਲੂਟਲੀ ਯੈਸ। ਸੋ ਹੁਣ ਉਰੇ ਆਪਣੇ ਕੋਲ ਨਵੀਂ ਇਕੁਏਸ਼ਨ ਆ ਗਈ x ਦੀ ਪਾਵਰ 10 plus x ਦੀ ਪਾਵਰ 12 minus x ਦੀ ਪਾਵਰ 4 plus 1 upon x ਦੀ 6 minus x ਦੀ 8 plus 1 upon x ਦੀ 8 ਬਾਕੀ ਸੇਮ x ਦੀ 4 minus x ਦੀ 2। ਹੁਣ ਇਹਨਾਂ ਨੂੰ ਆਪਸ ਦੇ ਵਿੱਚ ਆਪਾਂ ਨੇ ਮਲਟੀਪਲਾਈ ਕਰਨਾ ਹੈ। ਜਦੋਂ ਆਪਾਂ ਨੇ ਮਲਟੀਪਲਾਈ ਕਰਤਾ ਪੂਰਾ ਸੋਲਵ ਕਰ ਲਿਆ ਫਿਰ ਆਪਣੇ ਕੋਲ ਜਿਹੜੀ ਇਕੁਏਸ਼ਨ ਆ ਰਹੀ ਹੈ that is x ਦੀ 10 plus x ਦੀ 12 minus x ਦੀ 4 plus 1/x ਦੀ 6 minus x ਦੀ 2 minus 1 upon x ਦੀ 4 minus x ਦੀ ਪਾਵਰ 10 minus 1 upon x ਦੀ ਪਾਵਰ 6। ਹੁਣ ਜਿਹੜੀ ਉਰੇ 2 ਹੈ 10 ਹੈ ਇਹ ਨਿਕਲੀਆਂ ਨੇ ਜਦੋਂ ਆਪਾਂ ਨੇ ਇਹਨਾਂ ਨੂੰ ਮਲਟੀਪਲਾਈ ਕੀਤਾ ਸੀ ਤਾਂ ਉਰੇ x ਦੀ ਪਾਵਰ 4 ਤੇ x ਦੀ ਪਾਵਰ 8 ਆਪਾਂ ਨੂੰ ਪਤਾ ਹੈ ਜਦੋਂ ਇਹ ਚੀਜ਼ਾਂ ਸੇਮ ਹੋਣ ਤਾਂ ਡਿਗਰੀਜ਼ ਆਪਸ ਦੇ ਵਿੱਚ ਐਡ ਹੋ ਜਾਂਦੀਆਂ ਨੇ। x ਦੀ ਪਾਵਰ 12 ਆ ਗਈ ਸੀ ਸੋ ਉਹਦੇ ਚ x ਦੀ ਪਾਵਰ ਆਪਾਂ ਨੇ 10 ਅੱਗੇ ਸੋਲਵ ਕਰਦੇ ਹੋ ਮਾਈਨਸ ਕੀਤੀ ਤਾਂ ਉੱਥੋਂ x ਦੀ ਪਾਵਰ 2 ਨਿਕਲ ਕੇ ਆਈ ਹੈ। ਸੋ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਸਮਝ ਆ ਜਾਊਗਾ ਕਿ ਕਿਵੇਂ ਆਈਆਂ ਨੇ ਵੈਲਿਊਜ਼। ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਸੋਲਵ ਕਰਦੇ ਆ ਐਂਡ ਵਾਲੀ ਆਪਣੇ ਕੋਲ ਇਕੁਏਸ਼ਨ ਆ ਗਈ। ਹੁਣ plus x ਦੀ ਪਾਵਰ 10 minus x ਦੀ ਪਾਵਰ 10 ਕੈਂਸਲ ਹੋ ਗਈ 1/x ਦੀ ਪਾਵਰ 6 minus 1/x ਦੀ ਪਾਵਰ 6 ਕੱਟੀ ਗਈ। ਉਸ ਤੋਂ ਅੱਗੇ ਸੌਰੀ ਉਰੇ 12 ਸੀ x ਦੀ ਪਾਵਰ 12 ਤੇ x ਦੀ ਪਾਵਰ 12 ਇਹ ਪਲੱਸ ਮਾਈਨਸ ਵਾਲੀ ਕੱਟੀ ਗਈ। ਹੁਣ ਆਪਣੇ ਕੋਲ ਬਚਿਆ ਕੀ ਹੈ? ਬਚਿਆ ਹੈ ਮਾਈਨਸ x ਦੀ ਪਾਵਰ 4 ਮਾਈਨਸ 1/x ਦੀ ਪਾਵਰ 4। ਹੁਣ ਇਹਦੀ ਆਲਰੇਡੀ ਵੈਲਿਊ ਕਿੱਥੇ ਕੱਢੀ ਸੀ ਫਟਾਫਟ ਦੇਖੋ। ਇਹਦੀ ਵੈਲਿਊ ਆਪਾਂ ਨੇ ਕੱਢੀ ਸੀ ਉਰੇ। ਵੈਲਿਊਜ਼ ਪਹਿਲਾਂ ਕੱਢਣ ਦਾ ਇਹੀ ਇੱਕ ਫਾਇਦਾ। ਹੁਣ ਇਹਦੀ ਆਪਾਂ ਨੇ ਵੈਲਿਊ ਕੱਢੀ ਸੀ ਆ ਵਿੱਚ ਵਾਲੇ ਦੀ ਸਿਰਫ ਅੱਗੇ ਮਾਈਨਸ ਲਗਾ ਦੇਣਾ ਹੈ। ਆਪਣਾ ਆਨਸਰ ਆ ਗਿਆ ਆਪਸ਼ਨ ਦੇ ਵਿੱਚ -47 ਆਲਰੇਡੀ ਹੈ
दैट इज आवर आंसर। सो हुण अपने बेसिक जिहड़े लैंग्वेज दे क्वेश्चन ने वो शुरू हुंदे ने। ਇਹ ਨੇ ट्रांसलेशन ਦੇ क्वेश्चन। रीना केम लेट इन क्लास। रीना क्लास विच लेट आई। शी इज हैबिचुअल। ओ इज दी आदि है। वेरी वेरी सिंपल। इस वाक का सही पंजाबी अनुवाद आप ऑलरेडी देख लिया। सो इहदा राइट आंसर है ऑप्शन 3। सब तो पहली चीज तो थोड़ी जिहड़ी दो ऑप्शन ने तो सीधियां सीधियां गलत हो जांदियां ने, क्योंकि उरे उन्होंने शी लिखता तो इहदे तो यह पता लग गया कि रीना एक कुड़ी है। सो ओ इज दी लेट आया। आया किहदे लई वर्ड यूज करदे आपां? मुंडे लई। पहला तो थोड़ी ए स्टेटमेंट गलत हो जाती है। उरे भी आया, ये भी मुंडे लई गलत हो जाती है। चौथी, उरे इन्होंने एक ही सेंटेंस च कंपाइल करता, जबकि साफ साफ कॉमा पाके लिखे ऊपर पता चल रहा है कि दो सेंटेंस की गल हो रही है। सो इसलिए जिहड़ा कॉमा वाला सेंटेंस है वही अपना राइट ट्रांसलेशन है। फर्टिलाइजर्स आर यूज्ड इन प्लेंटी। खादां दी वड्डी मात्रा विच वरतों कीती जांदी है। ऑप्शन 3 इस वाक दा सही पंजाबी अनुवाद है। उरे तो हुण सीधा ही जिहड़ा वर्ड यूज किया गया फर्टिलाइजर्स, खादां, इसलिए तीनों ऑप्शनां दे विच वर्ड यूज हो रहा है खाद। जे उरे हुंदा कल्ला फर्टिलाइजर तो आपां उन्हां चों कोई भी ऑप्शन वाल देखदे, पर उरे तो आपां नूं बाकी ऑप्शनां देखण दी भी लोड़ नहीं। फर्टिलाइजर्स खादां वाली स्टेटमेंट सही जाऊगी। जोगण शब्द का पुल्लिंग चुनो। सो पुल्लिंग है जोगी। जोगण की हो गया इहदा? स्त्रीलिंग। नीडफुल शब्द का सही पंजाबी अनुवाद की है? ये आपां वर्ड यूज करते हैं कि तुहानूं जिन्नी लोड़ है उन्ना ही तुसी चीज करो या उन्नी ही चीज खाओ। जिन्नी नीडफुल मतलब जिन्नी उचित है। सो ऑप्शन 3 इहदा राइट आंसर है। चिट्टी हड्डी धरती च गड्डी बुझारत बुझो। ते चिट्टी हड्डी धरती च गड्डी केड़ी चीज है जिहड़ी आपां चिट्टे रंग दी धरती दे विच गुड्डदे हां? ओ है मूली। ऑप्शन 4। हेठां लिखियां विचों नावाचक वाक चुनो। नावाचक जिहदे च कुछ नेगेटिव वर्ड यूज किया जावे। सो नावाचक है ऑप्शन 1 नंगे पैर ना तुरो। नैक्सट फिर अनुवाद है, ट्रांसलेशन है। ਜਦੋਂ ਵੀ ਤੁਹਾਨੂੰ ਕੋਈ ਲੰਬੀ ਸਟੇਟਮੈਂਟ ਆਉਂਦੀ ਹੈ ਟਰਾਈ ਕਰਿਆ ਕਰੋ ਕਿ ਉਹਨੂੰ ਹਿੱਸਿਆਂ 'ਚ ਪੜੋ ਤੇ ਨਾਲ ਦੀ ਨਾਲ ਉਹਦੀ ਟਰਾਂਸਲੇਸ਼ਨ ਕਰੋ। ਇਟ ਇਜ਼ ਇੰਪੈਕਟ ਆਫ ਯੋਰ ਪਰਸਨੈਲਿਟੀ। ਇਹ ਤੁਹਾਡੀ ਸ਼ਖਸੀਅਤ ਦਾ ਅਸਰ ਹੈ। that ਮਤਲਬ ਕਿ ਮੈਂ succeeded in this mission। ਇਸ ਮਿਸ਼ਨ ਵਿੱਚ ਕਾਮਯਾਬ ਹੋਇਆ ਹਾਂ। very very simple। option 4 is the right answer। ਹੇਠ ਲਿਖਿਆਂ ਵਿੱਚੋਂ ਮਿਸ਼ਰਤ ਵਾਕ ਦੀ ਚੋਣ ਕਰੋ। ਮਿਕਸ ਜਿਹਦੇ ਚ ਦੋ ਗੱਲਾਂ ਇੱਕ ਹੀ ਵਾਕ ਚ ਕਹੀਆਂ ਜਾ ਰਹੀਆਂ ਨੇ। ਸੋ ਇਹ ਹੈ ਰਾਈਟ ਆਂਸਰ ਆਪਸ਼ਨ 2। ਸੁਰਜੀਤ ਜਾਣਦਾ ਸੀ ਕਿ ਉਹ ਗਲਤ ਹੈ। ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ। ਸ਼ੁੱਧ ਹੈ ਉਰੇ ਕਹਿਰ। ਆਪਸ਼ਨ 4। ਹੇਠ ਲਿਖਿਆਂ ਵਿੱਚੋਂ ਹਾਂ ਵਾਚਕ ਪੋਜ਼ਿਟਿਵ ਸਭ ਨੂੰ ਪਿਆਰ ਕਰੋ। ਆਪਸ਼ਨ ਨੰਬਰ 3। क्योंकि बाकी जिन्ने भी उरे सेंटेंस ने सारिਆਂ ਦੇ ਵਿੱਚ कुछ ना कुछ नावाचक नेगेटिव चीज ਦੀ ਗੱਲ ਹੋ ਰਹੀ ਹੈ। ਜਿਵੇਂ ਪਹਿਲੇ ਵਿੱਚ ਝੂਠ, ईमानदारी चंगी नीति हो सकती है। उरे कोई श्योरिटी नहीं उन्होंने दसी, कदे सच बोलिया जा नहीं। सो उरे सब तो हाँ वाचक पॉजिटिव सिंपल सेंटेंस है सब नू प्यार करो। अपने मूहों मियाँ मिठू बनना। अपनी प्रशंसा अपनी तारीफ आप करनी। ऑप्शन 3 इस मुहावरे का सही अर्थ स्पष्ट कर रहा है। न्याणा शब्द की विरोधी शब्द चुनो। न्याणा आपां कहने आ बच्चे नू, छोटा। सो न्याणा इहदा ओपोजिट की हो गया? वड्डा। ऑप्शन 1। हेठ लिखियां विचों अनिश्चय वाचक पड़नाम चुनो। जिहदा आपां नू पता नहीं, आपां एक आइडिया लगा रहे हां। ओना। ऑप्शन 3 अनिश्चय वाचक पड़नाम दी एग्जाम्पल है। गवर्नमेंट हैज प्रॉमिस्ड टू गिव रेफ्यूज टू होमलेस। गवर्नमेंट ने, गवर्नमेंट इहदा सही पंजाबी अनुवाद की होगा? सरकार। रेफ्यूज टू होमलेस। होमलेस वर्ड का मतलब हुंदा है बेघर ते रेफ्यूज का मतलब हुंदा है किसी नूं शरण देनी। सो सरकार ने बेघरियां नूं शरण देण दा प्रॉमिस वादा कीता है। ऑप्शन 3 इज द राइट आंसर। जीव्या शब्द का समान आर्थक दसो। जीव्या हंडाया। ऑप्शन 4। उपरोक्त पैरे का ढुकवां सिरलेख है। सो ये पैराग्राफ है, एक बार आपां पैराग्राफ पढ़ लैंदे हां। निजी खेतर विच निजी अते जनतक वित्ती संस्थावां द्वारा वित्त दी घट उपलब्धता
ਉੱਤੇ ਲੋਕਾਂ ਦੀ ਗਰੀਬੀ ਹੀ ਭਾਰਤ ਵਿੱਚ ਮਕਾਨਾਂ ਦੀ ਘਾਟ ਦੇ ਮੁੱਖ ਕਾਰਨ ਹਨ। ਇਸ ਲਈ ਮਕਾਨ ਉਸਾਰੀ ਲਈ ਵਿੱਤ ਦੀ ਮੰਗ ਨਿਯਮਿਤ ਤੇ ਅਨਿਯਮਿਤ ਵਿੱਤੀ ਸੰਸਥਾਵਾਂ ਤੋਂ ਪੂਰੀ ਕੀਤੀ ਜਾਂਦੀ ਹੈ। ਆਮ ਤੌਰ ਤੇ ਭਾਵੇਂ ਇਹ ਜਾਪਦਾ ਹੈ ਕਿ ਨਿਯਮਿਤ ਵਿੱਤ ਦਾ ਮਕਾਨ ਉਸਾਰੀ ਵਿੱਚ ਕਾਫੀ ਯੋਗਦਾਨ ਹੈ, ਪਰ ਅਸਲ ਵਿੱਚ ਤੱਥ ਇਸ ਦੇ ਉਲਟ ਹਨ। ਜੇ ਅੰਕੜਿਆਂ ਨੂੰ ਦੇਖਿਆ ਜਾਏ ਤਾਂ ਮਕਾਨ ਉਸਾਰੀ ਲਈ ਨਿਵੇਸ਼ ਦੀ ਮੰਗ ਦਾ ਕੇਵਲ 25% ਹੀ ਨਿਯਮਿਤ ਸੰਸਥਾਵਾਂ ਦੁਆਰਾ ਪੂਰਾ ਕੀਤਾ ਜਾਂਦਾ ਹੈ। ਇਸ ਦਾ ਵੱਡਾ ਕਾਰਨ ਇਹਨਾਂ ਸੰਸਥਾਵਾਂ ਦੀ ਗੁੰਝਲਦਾਰ ਕਾਰਜ ਪ੍ਰਣਾਲੀ ਹੈ, ਜਿਸ ਕਾਰਨ ਘੱਟ ਕਰਜ਼ਾ ਲੈਣ ਵਾਲੇ ਲੋਕ ਇਸ ਪਾਸੇ ਵੱਲ ਜਾਣ ਤੋਂ ਕਤਰਾਉਂਦੇ ਹਨ, ਸਸਤੇ ਕਰਜ਼ੇ ਤੋਂ ਵਿਰਲੇ ਰਹਿ ਜਾਂਦੇ ਹਨ। ਦੂਜੇ ਪਾਸੇ ਅਨਿਯਮਿਤ ਸੰਸਥਾਵਾਂ ਕਰਜ਼ੇ ਦੇਣ ਦੇ ਮਾਮਲੇ ਵਿੱਚ ਕੁਝ ਉਦਾਰ ਹੁੰਦੀਆਂ ਹਨ, ਤਾਂ ਹੀ ਇਹ ਸੰਸਥਾਵਾਂ ਮਕਾਨ ਉਸਾਰੀ ਦੇ ਵਿੱਤੀ ਬਾਜ਼ਾਰ ਵਿੱਚ ਛਾਈਆਂ ਹੋਈਆਂ ਹਨ। ਸੋ ਸਿੰਪਲੀ ਆਪਾਂ ਨੂੰ ਪੈਰੇ ਨੂੰ ਪੜਨ ਸਾਰ ਪਤਾ ਚੱਲ ਰਿਹਾ ਹੈ ਕਿ ਘਰ ਨੂੰ ਬਣਾਉਣ ਲਈ, ਮਕਾਨ ਦੀ ਉਸਾਰੀ ਲਈ ਕਰਜ਼ੇ ਦੀ ਗੱਲ ਹੋ ਰਹੀ ਹੈ, ਲੋਨ ਦੀ ਗੱਲ ਹੋ ਰਹੀ ਹੈ। ਕਿਸ ਟਾਈਪ ਦੀਆਂ ਆਰਗੇਨਾਈਜੇਸ਼ਨ ਨੇ ਜਿਹੜੇ ਰਜਿਸਟਰਡ ਨੇ, ਨਹੀਂ ਰਜਿਸਟਰਡ, ਉਹ ਲੋਨ ਦਿੰਦੀਆਂ ਨੇ। ਫਿਰ ਰਜਿਸਟਰਡ ਤੇ ਆਪਾਂ ਨੂੰ ਕੀ ਡਰ ਲੱਗਦਾ, ਕੀ ਨੁਕਸਾਨ ਆਪਾਂ ਨੂੰ ਲੱਗਦਾ, ਲੋਕ ਕਿਉਂ ਨਹੀਂ ਲੈ ਪਾਉਂਦੇ ਲੋਨ। ਸੋ ਉਹ ਚੀਜ਼ਾਂ ਦੀ ਗੱਲ ਹੋ ਰਹੀ ਹੈ। ਸੋ ਉਰੇ ਜਿਹੜਾ ਢੁਕਵਾਂ ਸਿਰਲੇਖ ਹੋਊਗਾ ਉਹ ਹੈ ਆਪਸ਼ਨ 1, ਮਕਾਨ ਉਸਾਰੀ ਲਈ ਕਰਜ਼ੇ। ਅਗਲਾ ਕੁਐਸਚਨ 97, ਭਾਰਤ ਵਿੱਚ ਮਕਾਨ ਉਸਾਰੀ ਲਈ ਗਰੀਬ ਬਹੁਤ ਕਰਕੇ ਕਿਉਂ ਕਰਜ਼ਾ ਲੈਂਦੇ ਹਨ। ਸੌਰੀ, ਉਰੇ ਕਿਉਂ ਨਹੀਂ, ਕਿੱਥੋਂ ਹੈ, ਕਿੱਥੋਂ ਕਰਜ਼ਾ ਲੈਂਦੇ ਹਨ। ਸੋ ਜ਼ਿਆਦਾ ਜਿੱਥੇ ਕੋਈ ਪ੍ਰੋਪਰ ਕਾਗਜ਼ ਪੱਤਰ ਨਾ ਤਿਆਰ ਕਰਨ ਆਉਣੇ ਪੈਂਦੇ ਹੋਣ, ਜਿੱਥੇ ਕੋਈ ਗੁੰਝਲਦਾਰ ਪ੍ਰੋਸੀਜਰ ਨਾ ਹੋਵੇ, ਸਿੰਪਲ ਪ੍ਰੋਸੀਜਰ ਹੈ, ਸੋ ਉਹਨਾਂ ਸੰਸਥਾਵਾਂ ਤੋਂ ਇਹ ਪੈਰੇ 'ਚ ਵੀ ਪਤਾ ਲੱਗ ਰਿਹਾ ਹੈ। ਸੋ ਰਾਈਟ ਆਨਸਰ ਕੀ ਹੈ, ਅਨਿਯਮਿਤ ਵਿੱਤੀ ਸੰਸਥਾਵਾਂ ਤੋਂ। ਗਰੀਬ ਲੋਕਾਂ ਵੱਲੋਂ ਨਿਯਮਿਤ ਵਿੱਤੀ ਸੰਸਥਾਵਾਂ ਤੋਂ ਮਕਾਨ ਉਸਾਰੀ ਲਈ ਕਰਜ਼ਾ ਨਾ ਲੈਣ ਦਾ ਕਾਰਨ ਕੀ ਹੈ। ਇਹਦਾ ਮੈਂ ਤੁਹਾਨੂੰ ਪਿੱਛੇ ਦੱਸਤਾ, ਕੰਪਲੈਕਸ ਪ੍ਰੋਸੀਜਰ ਹੋਣ ਕਰਕੇ, ਗੁੰਝਲਦਾਰ ਕਾਰਜ ਪ੍ਰਣਾਲੀ ਹੋਣ ਕਰਕੇ। ਆਪਸ਼ਨ 4, ਭਾਰਤ ਵਿੱਚ ਮਕਾਨਾਂ ਦੀ ਘਾਟ ਦਾ ਇੱਕ ਮੁੱਖ ਕਾਰਨ ਹੈ। ਮੇਨ ਕਾਰਨ ਕੀ ਹੈ, ਲੋਕਾਂ ਦੀ ਗਰੀਬੀ। ਉਹਨਾਂ ਦੀ ਵਿੱਤ, ਉਹਨਾਂ ਦੀ ਜਿਹੜੀ ਪਾਕਟ ਹੈ ਉਹੀ ਅਲਾਉ ਨਹੀਂ ਕਰਦੀ। ਸੋ ਲੋਕਾਂ ਦੀ ਗਰੀਬੀ ਮੇਨ ਕਾਰਨ ਹੈ ਮਕਾਨਾਂ ਦੀ ਘਾਟ ਦਾ ਹੋਣਾ। ਲਾਸਟ ਕੁਐਸਚਨ, ਭਾਰਤ ਦੇ ਮਕਾਨ ਉਸਾਰੀ ਸੈਕਟਰ ਵਿੱਚ ਨਿਯਮਿਤ ਵਿੱਤੀ ਸੰਸਥਾਵਾਂ ਦੇ ਨਿਵੇਸ਼ ਦਾ ਕਿੰਨਾ ਹਿੱਸਾ ਹੈ। ਸੋ ਇਹ ਹਿੱਸਾ ਜੇ ਆਪਾਂ ਪੈਰੇ 'ਚ ਪੜ੍ਹੀਏ ਤਾਂ 25% ਲਿਖਿਆ ਹੋਇਆ। 25% ਕਿੰਨਾ ਹੁੰਦਾ, 1/4, 1/4। ਸੋ ਰਾਈਟ ਆਨਸਰ ਕੀ ਹੈ, ਆਪਸ਼ਨ 4। ਸੋ ਇਹ ਸੀ ਆਪਣਾ 17 ਅਗਸਤ ਦੀ ਪਹਿਲੀ ਸ਼ਿਫਟ ਦਾ ਦੂਜਾ ਪਾਰਟ। ਆਈ ਹੋਪ ਤੁਹਾਨੂੰ ਲੈਕਚਰ ਪਸੰਦ ਆ ਰਹੇ ਨੇ, ਤੇ ਇਹ ਲੈਕਚਰ ਹਰ ਪੇਪਰ ਲਈ, ਚਾਹੇ ਕੋਈ PPSC ਦਾ ਪੇਪਰ ਹੈ, PSSSB ਦਾ, ਪੰਜਾਬ ਸਟੇਟ ਦਾ ਕੋਈ ਵੀ ਪੇਪਰ ਹੈ, ਇਹ ਲੈਂਗੁਏਜ ਦੇ ਕੁਐਸਚਨ ਹੋ ਗਏ, ਮੈਥ ਹੋ ਗਿਆ, GS, ਕਰੰਟ ਅਫੇਅਰ, ਤੁਹਾਡੇ ਹਰ ਪੇਪਰ 'ਚ ਕੰਮ ਆਉਣਗੇ। ਤੇ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਉੱਥੇ ਤੁਹਾਨੂੰ ਪੁੱਛੇ ਹੋਏ ਨੇ ਪੇਪਰ ਦੇ ਵਿੱਚ, ਇਸੇ ਲਈ ਇਹਨਾਂ ਦਾ ਲੈਵਲ ਵੀ ਠੀਕ ਹੈ। ਤੁਸੀਂ ਇਹਨਾਂ ਨੂੰ PPSC ਤੱਕ ਦੇ ਲੈਵਲ ਐਗਜ਼ਾਮ ਦੇ ਲਈ ਵੀ ਦੇਖ ਸਕਦੇ ਹੋ, ਉਹਨਾਂ ਦੇ ਲਈ ਵੀ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ। ਸੋ these lectures are very important for all Punjab state exam aspirants.